वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 29। ਭਾਗ ਦੂਜਾ ਤਤਕਾਲੀ ਸਮਾਜੀ ਅਤੇ ਰਾਜਸੀ ਹਾਲਤਾਂ। ਹਿੰਦੂ ਅਤੇ ਸਿੱਖ ਜਾਗ੍ਰਿਤੀ ਦਾ ਆਪਣਾ ਆਪਣਾ ਖਾਸਾ। ਭਾਈ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਅਤੇ ਉਸ ਦੇ ਇਤਿਹਾਸਕ ਰੋਲ ਨੂੰ ਸਮਝਣ ਲਈ ਅਸੀਂ ਹੁਣ ਤੀਜੇ ਸਥੂਲ ਪੱਖ ਅਰਥਾਤ ਤਤਕਾਲੀ ਸਮਾਜੀ ਅਤੇ ਰਾਜਸੀ ਮਾਹੌਲ ਬਾਰੇ ਚਰਚਾ ਕਰਦੇ ਹਾਂ। ਇਸ ਚੋਂ ਬੰਗਾਲ ਅੰਦਰ ਆਈ ਸਿਆਸੀ ਜਾਗ੍ਰਿਤੀ ਦਾ ਸਿਧਾਂਤਕ ਖਾਸਾ ਅਤੇ ਜਮਾਤੀ ਤੱਤ ਆਪਣੇ ਆਪ ਸਪਸ਼ਟ ਹੋ ਜਾਵੇਗਾ। ਇਸ ਦੇ ਵਾਸਤੇ ਥੋੜਾ ਪਿਛੋਕੜ ਵਿੱਚ ਜਾਣਾ ਪਵੇਗਾ। ਭਾਰਤ ਅੰਦਰ ਰਾਸ਼ਟਰਵਾਦ ਦੇ ਵਰਤਾਰੇ ਨੂੰ ਇਤਿਹਾਸਬੱਧ ਕਰਨਾ ਪਵੇਗਾ। ਅਜਿਹਾ ਕਰਨ ਲਈ ਇਸ ਦੇ ਮੁੱਢ ਮੂਲ ਰਾਸ਼ਟਰਵਾਦ ਦੀ ਧਾਰਾ ਦੀ ਗੰਗੋਤਰੀ ਦੀ ਪਛਾਣ ਅਤੇ ਨਿਸ਼ਾਨਦੇਹੀ ਕਰਨੀ ਪਵੇਗੀ। ਵੈਸੇ ਤਾਂ ਇਹ ਵਿਸ਼ਾ ਆਪਣੇ ਆਪ ਵਿੱਚ ਇੱਕ ਵੱਖਰੀ ਅਤੇ ਵਿਸ਼ੇਸ਼ ਕਿਤਾਬ ਲਿਖੇ ਜਾਣ ਦੀ ਮੰਗ ਕਰਦਾ ਹੈ, ਪਰੰਤੂ ਇਸ ਵੱਡੇ ਕਾਰਜ ਨੂੰ ਭਵਿੱਖ ਅੰਦਰ ਕਿਸੇ ਢੁਕਵੇਂ ਮੌਕੇ ਲਈ ਛੱਡਦੇ ਹੋਏ ਇੱਥੇ ਅਸੀਂ ਭਾਰਤ ਅੰਦਰ ਰਾਸ਼ਟਰਵਾਦ ਦੇ ਜਨਮ ਅਤੇ ਵਿਕਾਸ ਦੀ ਕਿਰਿਆ, ਇਸ ਦੀ ਸਿਧਾਂਤਕ ਧਾਰ ਅਤੇ ਇਸ ਦੀਆਂ ਅਗਵਾ ਨੂੰ ਤਾਕਤਾਂ ਦੇ ਪੁਸ਼ਤੈਨੀ ਚਰਿੱਤਰ ਨੂੰ ਸਮਝਣ ਲਈ ਇਸ ਵਰਤਾਰੇ ਉੱਤੇ ਉੜਦੀ ਨਜ਼ਰ ਮਾਰਦੇ ਹਾਂ। ਬਸਤੀਵਾਦੀ ਰਾਜ ਮੁਸਲਮਾਨਾਂ ਲਈ ਆਫਤ, ਹਿੰਦੂਆਂ ਲਈ ਰਾਹਤ। ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ 1757 ਈਸਵੀ ਵਿੱਚ ਪਲਾਸੀ ਦੇ ਸਥਾਨ ਤੇ ਨਵਾਬ ਸਿਰਾਜ ਉਦ ਦੌਲਾ ਦੀਆਂ ਫੌਜਾਂ ਨੂੰ ਹਰਾ ਕੇ ਬੰਗਾਲ ਉੱਤੇ ਪੂਰਨ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਭਾਰਤ ਅੰਦਰ ਬਸਤੀਵਾਦੀ ਰਾਜ ਦੀ ਨੀਂਹ ਟਿਕ ਗਈ ਸੀ। ਥੋੜੇ ਹੀ ਸਮੇਂ ਅੰਦਰ ਭਾਰਤ ਦਾ ਸਮੁੱਚਾ ਤਟਵਰਤੀ ਖੇਤਰ ਬਸਤੀਵਾਦੀ ਗਲਬੇ ਹੇਠ ਆ ਗਿਆ ਸੀ। ਇਸ ਉਪਰੰਤ ਈਸਟ ਇੰਡੀਆ ਕੰਪਨੀ ਨੇ ਆਪਣੀ ਪੇਕੀ ਬਰਤਾਨਵੀ ਹਕੂਮਤ ਅਤੇ ਭਾਰਤ ਅੰਦਰਲੇ ਸਥਾਨਕ ਸਹਿਯੋਗੀਆਂ ਦੀ ਮਦਦ ਨਾਲ ਇੱਕ ਪਾਸੇ ਬਸਤੀਵਾਦੀ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਦੂਜੇ ਪਾਸੇ ਰਾਜ ਦਾ ਲਗਾਤਾਰ ਵਿਸਥਾਰ ਕਰਨ ਦੀ ਯੁੱਧ ਨੀਤਕ ਮਾਰਗ ਸੇਧਕ ਅਪਣਾ ਲਈ। ਜੇਤੂ ਧਿਰ ਤੋਂ ਹੁਕਮਰਾਨ ਧਿਰ ਵਿੱਚ ਤਬਦੀਲ ਹੋ ਜਾਣ ਉਪਰੰਤ ਬਸਤੀਵਾਦੀ ਹਾਕਮਾਂ ਸਾਹਮਣੇ ਦੋ ਤਤਕਾਲੀ ਲੋੜਾਂ ਖੜੀਆਂ ਹੋ ਗਈਆਂ ਸਨ। ਇੱਕ ਸਥਾਨਕ ਸਮਾਜ, ਸਥਾਨਕ ਸਮਾਜੀ ਤਾਣਾ ਬਾਣਾ, ਆਰਥਿਕ ਪ੍ਰਣਾਲੀਆਂ, ਧਾਰਮਿਕ ਪਰੰਪਰਾਵਾਂ, ਸੱਭਿਆਚਾਰਕ ਰਵਾਇਤਾਂ ਅਤੇ ਰਸਮੋ ਰਿਵਾਜ ਆਦਿ ਨੂੰ ਜਾਣਨਾ ਸਮਝਣਾ। ਦੂਜਾ ਰਾਜ ਪ੍ਰਬੰਧ ਨੂੰ ਬਿਹਤਰ ਅਤੇ ਅਸਰਦਾਰ ਤਰੀਕੇ ਨਾਲ ਚਲਾਉਣ ਲਈ ਸੁਦੇਸ਼ੀ ਅਮਲਾ ਫੈਲਾਅ ਤਿਆਰ ਕਰਨਾ। ਇਹਨਾਂ ਦੋਨੋਂ ਲੋੜਾਂ ਦੀ ਪੂਰਤੀ ਵਾਸਤੇ ਭਾਰਤ ਅੰਦਰ ਵਿਦਿਅਕ ਅਦਾਰੇ ਸਥਾਪਿਤ ਕਰਨੇ ਜ਼ਰੂਰੀ ਲੋੜ ਬਣ ਗਈ ਸੀ। ਬਸਤੀਆਨਾ ਵਪਾਰਕ ਅਤੇ ਰਾਜਸੀ ਸਰਗਰਮੀਆਂ ਮੁੱਖ ਤੌਰ ਤੇ ਵੱਡੇ ਤਟਵਰਤੀ ਸ਼ਹਿਰਾਂ ਮਦਰਾਸ, ਕਲਕੱਤਾ, ਬੰਬਈ ਆਦਿ ਵਿੱਚ ਕੇਂਦਰਿਤ ਹੋਣ ਦੀ ਵਜ੍ਹਾ ਕਰਕੇ ਇਹ ਸ਼ਹਿਰ ਹੀ ਬੌਧਿਕ ਅਤੇ ਸਾਹਿਤਕ ਸਰਗਰਮੀਆਂ ਦੇ ਮੁੱਢਲੇ ਕੇਂਦਰ ਬਣੇ। 1784 ਈਸਵੀ ਵਿੱਚ ਹੀ ਕਲਕੱਤਾ ਵਿਖੇ ਪੂਰਬੀ ਖੋਜ ਦੇ ਮਨੋਰਥ ਨੂੰ ਮੁੱਖ ਰੱਖਦੇ ਹੋਏ ਏਸ਼ੀਆਟਿਕ ਸੁਸਾਇਟੀ ਨਾਂ ਦੀ ਬੌਧਿਕ ਸਾਹਿਤਕ ਸੰਸਥਾ ਹੋਂਦ ਵਿੱਚ ਆ ਗਈ ਸੀ। ਇਸ ਤੋਂ 20 ਸਾਲ ਬਾਅਦ 1804 ਈਸਵੀ ਵਿੱਚ ਲਿਟਰੇਰੀ ਸੁਸਾਇਟੀ ਆਫ ਬੰਬੇ ਦੇ ਨਾਂ ਹੇਠ ਬੰਬਈ ਵਿੱਚ ਵੀ ਅਜਿਹੀ ਹੀ ਸੰਸਥਾ ਸਥਾਪਿਤ ਹੋ ਗਈ। ਇਹਨਾਂ ਸੰਸਥਾਵਾਂ ਦੀਆਂ ਤੰਦਾਂ ਯੂਰਪ ਨਾਲ ਜੁੜੀਆਂ ਹੋਈਆਂ ਸਨ, ਜਿੱਥੇ ਪੂਰਬੀ ਖੋਜ ਅਤੇ ਅਧਿਐਨ ਦਾ ਸ਼ੌਂਕ ਪੂਰੇ ਜੋਬਨ ਉੱਤੇ ਸੀ। ਭਾਰਤ ਅੰਦਰ ਬਸਤੀਵਾਦੀ ਰਾਜ ਦੀ ਸਥਾਪਨਾ ਨੇ ਪੱਛਮੀ ਯੂਰਪ ਦੇ ਬੌਧਿਕ ਹਲਕਿਆਂ ਅੰਦਰ ਪੂਰਬੀ
ਅਧਿਐਨ ਦੀ ਜਿਗਿਆਸਾ ਵਧਾ ਦਿੱਤੀ ਸੀ ਅਤੇ ਇਸ ਮਕਸਦ ਲਈ ਪੱਛਮੀ ਦੇਸ਼ਾਂ ਅੰਦਰ ਕਈ ਉਚੇਚੀਆਂ ਸਭਾਵਾਂ ਸੁਸਾਇਟੀਆਂ ਹੋਂਦ ਵਿੱਚ ਆ ਗਈਆਂ ਸਨ। ਕਲਕੱਤਾ ਅਤੇ ਬੰਬਈ ਦੀਆਂ ਉੱਪਰ ਬਿਆਨੀਆਂ ਸੁਸਾਇਟੀਆਂ ਯੂਰਪੀ ਸੰਸਥਾਵਾਂ ਦੀਆਂ ਹੀ ਸ਼ਾਖਾਵਾਂ ਸਨ। ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਦੀ ਰਾਜਸੀ ਅਤੇ ਪ੍ਰਬੰਧਕੀ ਦਸ਼ਾ ਬਹੁਤ ਅਲੱਗ ਕਿਸਮ ਦੀ ਸੀ। ਸਮੁੱਚਾ ਉਪ ਮਹਾਂਦੀਪ ਅਨੇਕਾਂ ਛੋਟੀਆਂ ਵੱਡੀਆਂ ਸੁਤੰਤਰ ਅਤੇ ਆਪਸੀ ਝਗੜਿਆਂ ਕਲੇਸ਼ਾਂ ਵਿੱਚ ਉਲਝੀਆਂ ਜਾਗੀਰੂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਬੰਗਾਲ ਤੋਂ ਸ਼ੁਰੂ ਕਰਕੇ ਸਮੁੱਚੇ ਭਾਰਤੀ ਉਪ ਮਹਾਂਦੀਪ ਨੂੰ ਬਰਤਾਨਵੀ ਸਲਤਨਤ ਦਾ ਅੰਗ ਬਣਾਉਣ ਵਿੱਚ ਅੰਗਰੇਜ਼ਾਂ ਨੂੰ 100 ਸਾਲ ਲੱਗ ਗਏ ਸਨ। ਪਰ ਅਹਿਮ ਗੱਲ ਇਹ ਹੈ ਕਿ ਉਹਨਾਂ ਨੇ ਭਾਰਤ ਅੰਦਰ ਪ੍ਰਚਲਿਤ ਜਾਗੀਰੂ ਕੁਲੀਨ ਤੰਤਰ ਰਜਵਾੜੇ ਨਵਾਬ ਰਈਸ ਆਦਿ ਦੀ ਥਾਵੇਂ ਨਵੀਂ ਕਿਸਮ ਦਾ ਰਾਜਸੀ ਪ੍ਰਬੰਧਕੀ ਢਾਂਚਾ ਹੋਂਦ ਵਿੱਚ ਲਿਆਂਦਾ। ਖਿੰਡੀਆਂ ਬਿਖਰੀਆਂ ਖਰਚਗਾਹ ਜਾਗੀਰੂ ਰਿਆਸਤਾਂ ਦੀ ਥਾਵੇਂ ਬਸਤੀਵਾਦੀ ਕਬਜ਼ੇ ਹੇਠਲੇ ਸਮੁੱਚੇ ਖੇਤਰ ਅੰਦਰ ਇਕਜੁੱਟ ਅਤੇ ਇੱਕ ਰੂਪ ਰਾਜਸੀ ਪ੍ਰਬੰਧਕੀ ਢਾਂਚਾ ਕਾਇਮ ਕੀਤਾ ਗਿਆ, ਜਿਸ ਵਿੱਚ ਨਵਾਬਸ਼ਾਹੀ ਦੀ ਬਜਾਏ ਨੌਕਰਸ਼ਾਹੀ ਨੇ ਪ੍ਰਧਾਨ ਹੈਸੀਅਤ ਹਾਸਿਲ ਕਰ ਲਈ ਸੀ। ਇਸ ਨਾਲ ਸੱਤਾ ਦੇ ਖਾਸੇ ਅਤੇ ਹੁਕਮਰਾਨੀ ਦੇ ਢੰਗਾਂ ਵਿੱਚ ਅਹਿਮ ਤਬਦੀਲੀ ਆ ਗਈ ਸੀ। ਰਾਜ ਕਰਨ ਤੋਂ ਭਾਵ ਹੁਣ ਰਾਜ ਪ੍ਰਬੰਧ ਚਲਾਉਣਾ ਸੀ। ਨਵੇਂ ਰਾਜ ਪ੍ਰਬੰਧ ਅੰਦਰ ਲੜਾਕੂ ਸੂਰਮਿਆਂ ਨਾਲੋਂ ਵੱਖਰੇ ਗੁਣਾਂ ਹੁਨਰਾਂ ਵਾਲੇ ਵਿਅਕਤੀਆਂ ਦੀ ਲੋੜ ਬਣ ਗਈ ਸੀ। ਇਹ ਲੋੜ ਆਧੁਨਿਕ ਵਿੱਦਿਆ ਦੇ ਜ਼ਰੀਏ ਹੀ ਪੂਰੀ ਕੀਤੀ ਜਾ ਸਕਦੀ ਸੀ। ਸੋ ਇਸ ਤਰ੍ਹਾਂ ਬਸਤੀਵਾਦੀ ਰਾਜ ਹੇਠਾਂ ਆਧੁਨਿਕ ਵਿੱਦਿਆ ਸੱਤਾ ਦੀ ਨਵੀਂ ਦੁਨੀਆ ਤੱਕ ਰਸਾਈ ਕਰਨ ਦਾ ਸਾਧਨ ਬਣ ਗਿਆ ਸੀ। ਨਵੇਂ ਪ੍ਰਬੰਧਕੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਪੇਸ਼ਾਵਰ ਵਰਗ ਅਫਸਰਸ਼ਾਹ ਜੱਜ ਵਕੀਲ ਇੰਜੀਨੀਅਰ ਡਾਕਟਰ ਵਿਦਵਾਨ ਅਧਿਆਪਕ ਸੰਪਾਦਕ ਪੱਤਰਕਾਰ ਲੇਖਾਕਾਰ ਕਲਰਕ ਆਦਿ ਪੈਦਾ ਹੋ ਗਏ। ਇਹ ਵਰਗ ਪੈਦਾ ਕਰਨ ਲਈ ਭਾਰਤ ਅੰਦਰ ਸਿੱਖਿਆ ਢਾਂਚੇ ਦਾ ਪਸਾਰ ਕੀਤਾ ਗਿਆ। ਕਲਕੱਤਾ ਵਿਖੇ 1800 ਈਸਵੀ ਵਿੱਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਨਾਲ ਭਾਰਤ ਅੰਦਰ ਉਚੇਚੀ ਆਧੁਨਿਕ ਵਿੱਦਿਆ ਦਾ ਮਹੂਰਤ ਹੋ ਗਿਆ ਸੀ। ਇਸ ਤੋਂ ਛੇਤੀ ਬਾਅਦ 1817 ਈਸਵੀ ਵਿੱਚ ਕਲਕੱਤੇ ਵਿੱਚ ਹੀ ਇੱਕ ਹੋਰ ਕਾਲਜ ਹਿੰਦੂ ਕਾਲਜ, ਜਿਹੜਾ ਬਾਅਦ ਵਿੱਚ ਜਾ ਕੇ ਪ੍ਰੈਜ਼ੀਡੈਂਸੀ ਕਾਲਜ ਦੇ ਨਾਮ ਨਾਲ ਮਸ਼ਹੂਰ ਹੋਇਆ, ਖੁੱਲ੍ਹ ਗਿਆ ਸੀ। ਮਦਰਾਸ ਅਤੇ ਬੰਬਈ ਵਿੱਚ ਵੀ ਇਸ ਨਾਲ ਮਿਲਦਾ ਜੁਲਦਾ ਅਮਲ ਚੱਲਿਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਦੁਆਰਾ ਭਾਰਤ ਅੰਦਰ ਵਿੱਦਿਆ ਦੇ ਸੰਚਾਰ ਪਸਾਰ ਦਾ ਇਹ ਉੱਦਮ ਬਰਤਾਨਵੀ ਸਾਮਰਾਜਵਾਦ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੀ ਆਰੰਭਿਆ ਗਿਆ ਸੀ। ਇਸ ਨਾਲ ਨਵੀਂ ਕਿਸਮ ਦਾ ਦੇਸੀ ਕੁਲੀਨ ਤਬਕਾ ਪੈਦਾ ਹੋਇਆ, ਜਿਹਦੀ ਨਫ਼ਰੀ ਤਾਂ ਭਾਵੇਂ ਥੋੜ੍ਹੀ ਹੀ ਸੀ, ਪਰ ਉਸਦੀ ਤਾਕਤ ਅਤੇ ਅਸਰ ਰਸੂਖ ਦਾ ਘੇਰਾ ਬਹੁਤ ਵਿਸ਼ਾਲ ਸੀ। ਆਧੁਨਿਕ ਅੰਗਰੇਜ਼ੀ ਵਿੱਦਿਆ ਦਾ ਆਰੰਭ ਕਿਉਂਕਿ ਬੰਗਾਲ ਤੋਂ ਹੀ ਹੋਇਆ ਸੀ ਅਤੇ ਕਲਕੱਤਾ ਭਾਰਤ ਅੰਦਰ ਬਰਤਾਨਵੀ ਸੱਤਾ ਦੀ ਧੁਨੀ ਰਾਜਧਾਨੀ ਵਜੋਂ ਵਿਕਸਿਤ ਹੋ ਗਿਆ ਸੀ। ਇਸ ਕਰਕੇ ਬੰਗਾਲੀ ਕੁਲੀਨ ਵਰਗ, ਜਿਸ ਨੂੰ ਭੱਦਰ ਲੋਕ ਕਿਹਾ ਜਾਂਦਾ ਹੈ, ਨੇ ਨਵੇਂ ਰਾਜ ਪ੍ਰਬੰਧ ਅੰਦਰ ਬੇਜੋੜ ਤਾਕਤ ਅਤੇ ਪੈਂਠ ਬਣਾ ਲਈ ਸੀ। ਬਸਤੀਵਾਦੀ ਪ੍ਰਸ਼ਾਸਨ ਦੇ ਅੰਗ ਵਜੋਂ ਇਹ ਵਰਗ ਸਾਰੇ ਦੇਸ਼ ਅੰਦਰ ਫੈਲ ਗਿਆ ਸੀ। ਇਹ ਵਰਗ ਹੀ ਸਮਾਂ ਪਾ ਕੇ ਭਾਰਤੀ ਰਾਸ਼ਟਰਵਾਦ ਦਾ ਜਨਮਦਾਤਾ ਧੁਰਾ ਅਤੇ ਰਹਿਬਰ ਬਣਿਆ। ਇਸ ਕਰਕੇ ਹਿੰਦੂ ਪ੍ਰਧਾਨੀ ਭਾਰਤੀ ਰਾਸ਼ਟਰਵਾਦ ਦੇ ਮੂਲ ਖਾਸੇ ਨੂੰ ਸਮਝਣ ਲਈ ਇਸ ਵਰਗ ਦੀ ਸਮਾਜੀ ਅੰਗ ਬਣਤਰ, ਆਰਥਿਕ ਜਮਾਤੀ ਕਿਰਦਾਰ, ਸੱਭਿਆਚਾਰਕ ਖਸਲਤ ਅਤੇ ਵਿਗਿਆਨਿਕ ਵਿਸ਼ੇਸ਼ਤਾਵਾਂ ਨੂੰ ਸਮਝਣਾ ਜ਼ਰੂਰੀ ਹੈ। ਬੰਗਾਲੀ ਭੱਦਰ ਲੋਕ ਦੀ ਕੁਲਪੱਤਰੀ। ਅੰਗਰੇਜ਼ਾਂ ਵੱਲੋਂ ਬੰਗਾਲ ਨੂੰ ਫਤਿਹ ਕਰਨ ਮੌਕੇ ਬੰਗਾਲੀ ਸਮਾਜ ਅੰਦਰ ਗੁੰਝਲਦਾਰ ਸਮਾਜੀ ਵਰਗੀਕਰਨ ਮੌਜੂਦ ਸਨ। ਇੱਕ ਇਤਿਹਾਸਿਕ ਮਤ ਮੁਤਾਬਕ 5ਵੀਂ ਸਦੀ ਅੰਦਰ ਗੁਪਤਾ ਸਾਮਰਾਜ ਦੇ ਬੰਗਾਲ ਅੰਦਰ ਪਸਾਰ ਕਰ ਜਾਣ ਅਤੇ ਪੈਰ ਜਮਾ ਲੈਣ ਤੋਂ ਪਹਿਲਾਂ ਬੰਗਾਲੀ ਸਮਾਜ
ਬ੍ਰਾਹਮਣਵਾਦ, ਜਾਤ-ਪਾਤੀ ਵਿਚਾਰਧਾਰਾ ਅਤੇ ਸਮਾਜੀ ਪ੍ਰਣਾਲੀ ਦੀ ਲਾਗ ਤੋਂ ਸੁਰਖਰੂ ਸੀ। ਗੁਪਤ ਸਾਮਰਾਜ ਦੇ ਪਸਾਰੇ ਦੌਰਾਨ ਬ੍ਰਾਹਮਣ, ਵੈਦਿਆ ਅਤੇ ਕਿਆਸਥ ਨਾਵਾਂ ਦੀਆਂ ਅਖੌਤੀ ਉੱਚ ਜਾਤੀਆਂ ਨੇ ਬੰਗਾਲ ਅੰਦਰ ਆ ਕੇ ਪੱਕਾ ਵਸੇਬਾ ਕਰ ਲਿਆ। ਇਹਨਾਂ ਵਿਜਯੀ ਜਾਤੀਆਂ ਨੇ ਬੰਗਾਲ ਦੇ ਮੂਲ ਬਸ਼ਿੰਦਿਆਂ ਨੂੰ ਸੰਸਕਾਰਕ ਤੌਰ 'ਤੇ ਨੀਚ ਅਤੇ ਨੀਵੀਂ ਜਾਤ ਦਾ ਅਪਮਾਨਜਨਕ ਦਰਜਾ ਦੇ ਦਿੱਤਾ। ਇਸ ਦੇ ਜਵਾਬ ਵਿੱਚ ਇਹਨਾਂ ਮੂਲ ਬੰਗਾਲੀਆਂ ਨੇ ਸਮੁੱਚੇ ਇਤਿਹਾਸ ਦੌਰਾਨ ਬੰਗਾਲ ਅੰਦਰ ਬ੍ਰਾਹਮਣਵਾਦ ਦੇ ਵਿਰੁੱਧ ਉੱਠੀ ਹਰੇਕ ਵੱਡੀ ਲਹਿਰ, ਜਿਵੇਂ ਕਿ ਬੁੱਧ ਧਰਮ, ਇਸਲਾਮ ਆਦਿ ਨੂੰ ਜਨਤਕ ਹਮਾਇਤ ਮੁਹੱਈਆ ਕੀਤੀ। 13ਵੀਂ ਸਦੀ ਅੰਦਰ ਤੁਰਕ ਅਫਗਾਨੀ ਹਮਲਿਆਂ ਨਾਲ ਬੰਗਾਲ ਅੰਦਰ ਇਸਲਾਮ ਦਾ ਦਾਖਲਾ ਆਰੰਭ ਹੋ ਗਿਆ ਸੀ। ਮੁਸਲਮਾਨਾਂ ਦੀ ਰਾਜਸੀ ਸੱਤਾ ਸਥਾਪਿਤ ਹੋ ਜਾਣ ਨਾਲ ਬੰਗਾਲੀ ਸਮਾਜ ਅੰਦਰ ਵੱਡੀ ਸਮਾਜੀ ਰੱਦੋ-ਬਦਲ ਵਾਪਰ ਗਈ। ਇਹ ਰੱਦੋ-ਬਦਲ ਸਾਰੇ ਖੇਤਰ ਅੰਦਰ ਇਕਸਾਰ ਨਹੀਂ ਹੋਈ। ਪੂਰਬੀ ਬੰਗਾਲ ਦੇ ਵੱਡੇ ਖੇਤਰ ਅੰਦਰ ਵਸੋਂ ਦੀ ਬਹੁ ਗਿਣਤੀ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਸੀ, ਜਦੋਂ ਕਿ ਪੱਛਮੀ ਬੰਗਾਲ ਦੇ ਛੋਟੇ ਖੇਤਰ ਦੀ ਵਸੋਂ ਹਿੰਦੂ ਧਰਮ ਦੀ ਪੈਰੋਕਾਰ ਬਣੀ ਰਹੀ। ਕੁੱਲ ਮਿਲਾ ਕੇ ਬੰਗਾਲ ਦੀ ਅੱਧਿਓਂ ਬਹੁਤੀ ਵਸੋਂ ਨੇ ਇਸਲਾਮ ਕਬੂਲ ਕਰ ਲਿਆ ਸੀ। ਮੁਸਲਮਾਨ ਹਾਕਮਾਂ ਨੇ ਸਥਾਨਿਕ ਵਸੋਂ ਨਾਲ ਰਾਬਤਾ ਕਾਇਮ ਕਰਨ ਲਈ ਵਿਚੋਲਿਆਂ ਵਜੋਂ ਹਿੰਦੂ ਸਮਾਜ ਦੀਆਂ ਉੱਪਰਲੀਆਂ ਗਿਆਨਵਾਨ ਅਤੇ ਜ਼ਿਮੀਂਦਾਰ ਪਰਤਾਂ ਨੂੰ ਆਪਣੇ ਨਾਲ ਗੰਢ ਲਿਆ ਸੀ। ਇਹਨਾਂ ਹਿੰਦੂ ਉੱਚ ਵਰਗਾਂ ਨੇ ਰਾਜ ਭਾਗ ਚਲਾਉਣ ਤੋਂ ਲੈ ਕੇ ਤਿਜਾਰਤ ਦੇ ਖੇਤਰ ਤੱਕ ਮੁਗਲ ਹਾਕਮਾਂ ਦੀ ਸੇਵਾ ਪੂਰਤੀ ਕੀਤੀ। ਉੱਤਰੀ ਭਾਰਤ ਦੇ ਇੱਕ ਪ੍ਰਸਿੱਧ ਬਾਣੀਆ ਘਰਾਣੇ ਜਗਤ ਸੇਠ ਨੇ ਮੁਸਲਿਮ ਰਾਜ ਦੌਰਾਨ ਬੰਗਾਲ ਅੰਦਰ ਐਸ਼ੋ ਇਸ਼ਰਤ ਦੀਆਂ ਵਸਤਾਂ ਦੀ ਸ਼ਿਲਪ, ਸਨਅਤ ਅਤੇ ਵਪਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਤਰ੍ਹਾਂ ਬੰਗਾਲ ਦੀ ਵਸੋਂ ਦੇ ਵੱਡੇ ਹਿੱਸੇ ਵੱਲੋਂ ਇਸਲਾਮ ਧਰਮ ਅਪਣਾ ਲੈਣ ਦੇ ਬਾਵਜੂਦ ਬੰਗਾਲੀ ਹਿੰਦੂ ਉੱਚ ਜਾਤੀਆਂ ਦਾ ਸਮਾਜੀ ਮਹੱਤਵ ਜਿਉਂਦਾ ਤਿਉਂ ਬਣਿਆ ਰਿਹਾ। ਇਹਨਾਂ ਹਿੰਦੂ ਵਰਗਾਂ ਦਾ ਇਹ ਵਿਸ਼ੇਸ਼ ਲੱਛਣ ਅੱਗੇ ਜਾ ਕੇ ਬਸਤੀਵਾਦੀ ਰਾਜ ਦੌਰਾਨ ਉਹਨਾਂ ਲਈ ਨਿਆਮਤ ਬਣਿਆ। ਉਹਨਾਂ ਨੇ ਆਪਣੇ ਆਪ ਨੂੰ ਬਹੁਤ ਆਸਾਨੀ ਅਤੇ ਨਿਪੁੰਨਤਾ ਨਾਲ ਨਵੇਂ ਰਾਜ ਦੇ ਅਨੁਕੂਲ ਢਾਲ ਲਿਆ। ਅਸਲ ਵਿੱਚ ਪਲਾਸੀ ਦੀ ਲੜਾਈ ਤੋਂ ਪਹਿਲਾਂ ਹੀ ਬੰਗਾਲੀ ਹਿੰਦੂ ਵਪਾਰੀ ਵਰਗ ਨੇ ਬਰਤਾਨਵੀ ਤਾਕਤ ਨਾਲ ਚੋਰ ਸਾਂਝ ਗੰਢ ਲਈ ਸੀ। ਇਸ ਕਰਕੇ ਇੱਕ ਹਿੰਦੂ ਵਿਦਵਾਨ ਦਾ ਤਾਂ ਇਹ ਕਹਿਣਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਪਲਾਸੀ ਵਿਖੇ ਆਪਣੀ ਜਿੱਤ ਦਾ ਇੱਕ ਤਰੀਕੇ ਨਾਲ ਇੰਤਜ਼ਾਮ ਕਰ ਲਿਆ ਸੀ ਕਿ ਇਹ ਲੜਾਈ ਨਹੀਂ, ਇੱਕ ਸੌਦਾ ਸੀ। ਅਜਿਹਾ ਸੌਦਾ ਜਿਸ ਰਾਹੀਂ ਜਗਤ ਸੇਠ ਦੀ ਅਗਵਾਈ ਹੇਠ ਬੰਗਾਲ ਦੇ ਦਲਾਲਾਂ ਨੇ ਨਵਾਬ ਨੂੰ ਈਸਟ ਇੰਡੀਆ ਕੰਪਨੀ ਕੋਲ ਵੇਚ ਦਿੱਤਾ ਸੀ। ਬਸਤੀਵਾਦੀਆਂ ਵੱਲੋਂ ਆਰੰਭਿਕ ਦੌਰ ਵਿੱਚ ਆਰਥਿਕ ਖੇਤਰ ਵਿੱਚ ਲਿਆਂਦੀਆਂ ਤਬਦੀਲੀਆਂ ਦਾ ਮੂਲ ਉਦੇਸ਼ ਆਪਣਾ ਮੁਨਾਫਾ ਵਧਾਉਣਾ ਸੀ, ਪਰ ਅਜਿਹਾ ਕਰਦਿਆਂ ਨਾਲੋਂ ਨਾਲ ਰਾਜ ਦੀ ਮਜਬੂਰੀ ਲਈ ਭਾਰਤੀ ਵਰਗਾਂ ਵਿੱਚੋਂ ਆਪਣੇ ਪੱਕੇ ਅਤੇ ਭਰੋਸੇਯੋਗ ਭਾਈਵਾਲ ਪੈਦਾ ਕਰਨ ਦੀ ਪੂਰਕ ਰਾਜਸੀ ਲੋੜ ਨੂੰ ਵੀ ਬਰਾਬਰ ਧਿਆਨ ਵਿੱਚ ਰੱਖਿਆ ਗਿਆ ਸੀ। ਆਰਥਿਕ ਤਬਦੀਲੀਆਂ ਦਾ ਸੰਬੰਧ ਜ਼ਮੀਨੀ ਰਿਸ਼ਤਿਆਂ ਅਤੇ ਵਪਾਰ ਅਤੇ ਸਨਅਤ ਵਿੱਚ ਵਾਧੇ ਨਾਲ ਜੁੜਿਆ ਹੋਇਆ ਸੀ। ਮੁੱਢਲੇ ਦੌਰ ਅੰਦਰ ਬਰਤਾਨਵੀਆਂ ਦੀ ਸਭ ਨਾਲੋਂ ਵੱਧ ਰੁਚੀ ਜ਼ਮੀਨੀ ਲਗਾਨ ਵਧਾਉਣ ਅਤੇ ਵਸੂਲਣ ਵਿੱਚ ਸੀ। ਇਸ ਮੰਤਵ ਲਈ ਰਵਾਇਤੀ ਜ਼ਮੀਨੀ ਰਿਸ਼ਤਿਆਂ ਵਿੱਚ ਭਾਰੀ ਰੱਦੋ-ਬਦਲ ਕੀਤੀ ਗਈ। ਅਲੱਗ-ਅਲੱਗ ਖੇਤਰਾਂ ਅੰਦਰ ਠੋਸ ਹਾਲਤਾਂ ਅਤੇ ਲੋੜਾਂ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਜ਼ਮੀਨੀ ਬੰਦੋਬਸਤ, ਜਿਵੇਂ ਕਿ ਜ਼ਿਮੀਂਦਾਰੀ, ਰਾਇਤਵਾੜੀ, ਮਾਹਲਵਾੜੀ ਆਦਿ ਕੀਤੇ ਗਏ। ਬੰਗਾਲ ਅੰਦਰ ਮੁਗਲ ਰਾਜ ਦੀ ਪ੍ਰਚਲਿਤ ਰੀਤ ਨਾਲੋਂ ਹਟ ਕੇ ਸਥਾਈ ਬੰਦੋਬਸਤ ਦੇ ਜ਼ਰੀਏ ਨਵਾਂ ਜ਼ਿਮੀਂਦਾਰੀ ਪ੍ਰਬੰਧ ਚਾਲੂ ਕੀਤਾ ਗਿਆ। ਬਸਤੀਵਾਦੀ ਪ੍ਰਸ਼ਾਸਨ ਨੇ ਜ਼ਮੀਨੀ ਲਗਾਨ ਦੀ ਦਰ ਤੈਅ ਕਰਨ ਤੇ ਵਸੂਲਣ ਦਾ ਰਵਾਇਤੀ ਦਸਤੂਰ ਤਿਆਗ ਦਿੱਤਾ ਅਤੇ ਜ਼ਿਮੀਂਦਾਰਾਂ ਦੀ ਵਿਚੋਲਗਿਰੀ ਦੇ ਜ਼ਰੀਏ
ਨਿਸ਼ਚਿਤ ਜ਼ਮੀਨ ਦੇ ਲਗਾਨ ਦੀ ਦਰ ਬੋਲੀ ਰਾਹੀਂ ਤੈਅ ਕਰਨ ਦੀ ਨਵੀਂ ਰੀਤ ਲਾਗੂ ਕੀਤੀ ਗਈ। ਸਭ ਤੋਂ ਉੱਚੀ ਬੋਲੀ ਦੇਣ ਵਾਲਾ ਜ਼ਿਮੀਂਦਾਰ ਸੰਬੰਧਿਤ ਜ਼ਮੀਨ ਦਾ ਮਾਲਕ ਬਣ ਜਾਂਦਾ ਸੀ ਅਤੇ ਜ਼ਮੀਨ ਦੇ ਜੱਦੀ ਪੁਸ਼ਤੀ ਮਾਲਕ ਕਿਸਾਨਾਂ ਕੋਲੋਂ ਮਾਲਕੀ ਦਾ ਹੱਕ ਖੁੱਸ ਜਾਂਦਾ ਸੀ। ਉਹ ਜ਼ਿਮੀਂਦਾਰ ਲਈ ਪੱਟੇਦਾਰ ਜਾਂ ਮੁਜ਼ਾਰਿਆਂ ਦੇ ਰੂਪ ਵਿੱਚ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਸਨ। ਲਗਾਨ ਦੀ ਦਰ ਕਿਉਂਕਿ ਸਥਾਈ ਤੌਰ 'ਤੇ ਮਿਥੀ ਜਾਣ ਲੱਗ ਪਈ ਸੀ, ਇਸ ਕਰਕੇ ਬਰਤਾਨਵੀ ਪ੍ਰਸ਼ਾਸਨ ਨੇ ਮੁਨਾਫੇ ਦੀ ਹਵਸ ਵਿੱਚੋਂ ਇਹ ਦਰ ਇੰਨੀ ਵਧਾ ਦਿੱਤੀ ਕਿ ਜ਼ਿਆਦਾਤਰ ਜ਼ਿਮੀਂਦਾਰਾਂ ਲਈ ਲਗਾਨ ਦੀ ਰਕਮ, ਜੋ ਹੁਣ ਜਿਣਸ ਦੀ ਥਾਵੇਂ ਨਕਦੀ ਰੂਪ ਵਿੱਚ ਵਸੂਲੀ ਜਾਂਦੀ ਸੀ, ਅਦਾ ਕਰਨੀ ਔਖੀ ਹੋ ਗਈ ਅਤੇ ਉਹਨਾਂ ਨੂੰ ਇਸ ਦੇ ਵਾਸਤੇ ਆਪਣੀਆਂ ਜਾਇਦਾਦਾਂ ਨਿਲਾਮ ਕਰਨੀਆਂ ਪੈ ਗਈਆਂ। ਨਤੀਜੇ ਵਜੋਂ ਸਥਾਈ ਬੰਦੋਬਸਤ ਦੇ ਤੁਰੰਤ ਪਿੱਛੋਂ ਮੁਗਲ ਰਾਠਾਂ ਦੀਆਂ ਵੱਡੀਆਂ ਜਗੀਰਾਂ ਟੁੱਟਣ ਅਤੇ ਵਿਕਣ ਲੱਗ ਪਈਆਂ। ਉਧਰ ਦੂਜੇ ਬੰਨੇ ਬੰਗਾਲ ਦੀਆਂ ਧਨਵਾਨ ਅਤੇ ਗਿਆਨਵਾਨ ਹਿੰਦੂ ਉੱਚ ਜਾਤੀਆਂ ਦੇ ਨਵੇਂ ਪ੍ਰਬੰਧ ਅੰਦਰ ਭਾਗ ਹੋਰ ਚਮਕ ਉੱਠੇ ਸਨ। ਯੂਰਪ ਦੇ ਵਪਾਰੀ ਘਰਾਣਿਆਂ ਨੂੰ ਭਾਰਤ ਅੰਦਰ ਕਾਰੋਬਾਰ ਕਰਨ ਲਈ ਅਜਿਹੇ ਸਮਰੱਥਾਵਾਨ ਸਥਾਨਕ ਭਾਈਵਾਲਾਂ ਦੀ ਜ਼ਰੂਰਤ ਸੀ, ਜਿਹੜੇ ਉਹਨਾਂ ਨੂੰ ਇੱਕ ਤਾਂ ਕਰਜ਼ੇ ਦੇ ਰੂਪ ਵਿੱਚ ਲੋੜੀਂਦੀ ਪੂੰਜੀ ਅਤੇ ਦੂਜਾ ਸਥਾਨਿਕ ਹਾਲਤਾਂ ਬਾਰੇ ਲੋੜੀਂਦਾ ਗਿਆਨ ਮੁਹੱਈਆ ਕਰ ਸਕਦੇ। ਬੰਗਾਲ ਦੀਆਂ ਪਿੱਛੇ ਦਰਸਾਈਆਂ ਹਿੰਦੂ ਉੱਚ ਜਾਤੀਆਂ ਅੰਦਰ ਇਹ ਗੁਣ ਸਮਰੱਥਾ ਵਾਧੂ ਸੀ, ਇਸ ਕਰਕੇ ਉਹਨਾਂ ਨੇ ਇਸ ਦਲਾਲੀ ਦੇ ਧੰਦੇ ਵਿੱਚੋਂ ਅੰਨਾ ਪੈਸਾ ਕਮਾਇਆ। ਇਸ ਪੈਸੇ ਨਾਲ ਉਹਨਾਂ ਨੇ ਕੰਗਾਲ ਹੋ ਰਹੇ ਮੁਸਲਿਮ ਜਗੀਰਦਾਰਾਂ ਦੀਆਂ ਨਿਲਾਮ ਹੋ ਰਹੀਆਂ ਜਗੀਰਾਂ ਧੜਾ ਧੜ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਛੇਤੀ ਹੀ ਮੁਸਲਿਮ ਜਗੀਰਦਾਰਾਂ ਦੀਆਂ ਜਗੀਰਾਂ ਵਿਆਪਕ ਪੈਮਾਨੇ 'ਤੇ ਹਿੰਦੂ ਧਨਾਢਾਂ ਦੇ ਹੱਥਾਂ ਵਿੱਚ ਚਲੀਆਂ ਗਈਆਂ। ਨਿੱਜੀ ਜਾਇਦਾਦ ਦੇ ਬਰਤਾਨਵੀ ਸੰਕਲਪ ਨੇ ਸ਼ਹਿਰਾਂ ਵਿੱਚ ਬੈਠੇ ਲਗਾਨਦਾਰਾਂ ਲਈ ਪੇਂਡੂ ਖੇਤਰ ਵਿੱਚੋਂ ਪੂੰਜੀ ਦਾ ਨਿਕਾਸ ਕਰਨ ਅਤੇ ਇਸ ਤਰ੍ਹਾਂ ਕਿਸਾਨੀ ਨੂੰ ਨਿਰਧਨ ਅਤੇ ਸ਼ਕਤੀਹੀਨ ਕਰ ਦੇਣ ਲਈ ਰਸਤਾ ਖੋਲ੍ਹ ਦਿੱਤਾ ਸੀ। ਇਸ ਤਰੀਕੇ ਨਾਲ ਸਥਾਈ ਬੰਦੋਬਸਤ ਸਦਕਾ ਬੰਗਾਲੀ ਸਮਾਜ ਅੰਦਰ ਨਵੀਂ ਜਮਾਤੀ ਸਫਬੰਦੀ ਹੋ ਗਈ ਸੀ, ਜਿੱਥੇ ਇੱਕ ਪਾਸੇ ਕਾਸ਼ਤਕਾਰਾਂ ਨੂੰ ਪੂਰੀ ਤਰ੍ਹਾਂ ਸਾਧਨਹੀਨ ਅਤੇ ਬਲਹੀਨ ਕਰਕੇ ਤਬਾਹੀ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਸੀ, ਉੱਥੇ ਨਾਲੋਂ ਨਾਲ ਕੁਲੀਨ ਵਰਗ ਦੀ ਦਰਜਾਬੰਦੀ ਅੰਦਰ ਵੀ ਅਹਿਮ ਉਲਟਫੇਰ ਹੋ ਗਿਆ ਸੀ। ਮੁਸਲਿਮ ਕੁਲੀਨ ਵਰਗ ਦੀ ਪ੍ਰਧਾਨ ਹੈਸੀਅਤ ਹਿੰਦੂ ਕੁਲੀਨ ਵਰਗ ਨੇ ਹਥਿਆ ਲਈ ਸੀ। ਰਵਾਇਤੀ ਹਿੰਦੂ ਭੋਏ ਸਵਾਮੀਆਂ ਨੇ ਸ਼ਹਿਰੀ ਅਤੇ ਦਲਾਲ ਸੰਪਰਕਾਂ ਦੇ ਜ਼ਰੀਏ ਆਪਣਾ ਜਕੜ ਪੰਜਾ ਬੰਗਾਲ ਦੇ ਸਮੁੱਚੇ ਪੇਂਡੂ ਢਾਂਚੇ ਅੰਦਰ ਫੈਲਾ ਲਿਆ ਸੀ। ਬਸਤੀਵਾਦੀ ਹਾਕਮਾਂ ਦੇ ਨਵੇਂ ਆਰਥਿਕ ਸਿਲਸਿਲੇ ਨੇ ਬੰਗਾਲ ਨੂੰ ਉੱਭਰ ਵਿਗਸ ਰਹੇ ਸੰਸਾਰ ਪੂੰਜੀਵਾਦੀ ਪ੍ਰਬੰਧ ਨਾਲ ਜੋੜ ਦਿੱਤਾ ਸੀ। ਇਹ ਰਿਸ਼ਤਾ ਸਾਵਾਂ ਅਤੇ ਸੁਲੱਖਣਾ ਨਹੀਂ ਸੀ। ਇਸ ਨਾਲ ਬੰਗਾਲ ਦੀ ਵੱਧ ਫੁੱਲ ਰਹੀ ਰਵਾਇਤੀ ਕੱਪੜਾ ਸਨਅਤ ਦਾ ਉਜਾੜਾ ਅਟੱਲ ਹੋ ਗਿਆ ਸੀ। ਬਸਤੀਵਾਦੀ ਪ੍ਰਸ਼ਾਸਨ ਦੀਆਂ ਗਿਣੀਆਂ ਮਿਥੀਆਂ ਨੀਤੀਆਂ ਅਥਵਾ ਚਾਲਾਂ ਨੇ ਉਜਾੜੇ ਦਾ ਇਹ ਅਮਲ ਤੇਜ਼ ਕਰ ਦਿੱਤਾ। ਜਿੱਥੇ ਇੱਕ ਪਾਸੇ ਬਰਤਾਨਵੀ ਫਰਮਾਂ ਨੂੰ ਭਾਰਤੀ ਮੰਡੀ ਉੱਤੇ ਕਾਬਜ਼ ਹੋਣ ਲਈ ਉਤਸ਼ਾਹਿਤ ਕੀਤਾ ਗਿਆ, ਉੱਥੇ ਬਰਤਾਨਵੀ ਮੰਡੀ ਅੰਦਰ ਭਾਰਤੀ ਕੱਪੜੇ ਦੀ ਦਰਾਮਦ ਅਤੇ ਵਿਕਰੀ ਦੇ ਰਾਹ ਬੰਦ ਕਰ ਦਿੱਤੇ ਗਏ। ਮਾਨਚੈਸਟਰ ਦੇ ਮਸ਼ੀਨਾਂ ਦੁਆਰਾ ਬੁਣੇ ਸਸਤੇ ਕੱਪੜੇ ਅਤੇ ਤਾਣੀ ਦੇ ਬੁਣੇ ਕੱਪੜੇ ਨੂੰ ਮੈਦਾਨ ਵਿੱਚੋਂ ਬੁਰੀ ਤਰ੍ਹਾਂ ਖਦੇੜ ਦਿੱਤਾ। ਸਿੱਟਾ ਇਹ ਨਿਕਲਿਆ ਕਿ ਪੁਸ਼ਤਾਂ ਤੋਂ ਹੱਥ ਖੱਡੀਆਂ ਨਾਲ ਕੱਪੜਾ ਬੁਣਦੇ ਆ ਰਹੇ ਬੰਗਾਲ ਦੇ ਹੁਨਰੀ ਜੁਲਾਹੇ, ਜਿਹੜੇ ਕਿ ਲਗਭਗ ਸਾਰੇ ਦੇ ਸਾਰੇ ਮੁਸਲਮਾਨ ਸਨ, ਵੱਡੇ ਪੱਧਰ 'ਤੇ ਉਜਾੜੇ ਦਾ ਸ਼ਿਕਾਰ ਹੋ ਗਏ। ਢਾਕਾ, ਜਿਹੜਾ ਕਿ ਵੱਧ ਫੁੱਲ ਰਹੀ ਕੱਪੜਾ ਸਨਅਤ ਦਾ ਗੜ੍ਹ ਸੀ, ਤੇਜ਼ੀ ਨਾਲ ਉਜੜਨਾ ਸ਼ੁਰੂ ਹੋ ਗਿਆ। 1765 ਈਸਵੀ ਵਿੱਚ ਢਾਕੇ ਦੀ ਵਸੋਂ 4.5 ਲੱਖ ਸੀ, ਜਿਹੜੀ 35 ਸਾਲ ਬਾਅਦ 1800 ਈਸਵੀ ਵਿੱਚ ਘਟ ਕੇ ਕੇਵਲ 20,000 ਰਹਿ ਗਈ ਸੀ। ਬੰਗਾਲ ਦੀ ਪੁਰਾਣੀ ਰਾਜਧਾਨੀ ਮੁਰਸ਼ਿਦਾਬਾਦ ਦਾ ਵੀ ਇਹ ਹਸ਼ਰ ਹੋਇਆ ਸੀ। ਇਸ ਦੀ ਤੁਲਨਾ ਵਿੱਚ ਕਲਕੱਤਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਚਲਾ ਗਿਆ। ਇਸ ਦੇ ਕਾਰਨ ਪ੍ਰਤੱਖ ਸਨ।
अंग्रेज़ां ने क्योंकि मुसलमानां कोलों सत्ता खोही सी, इस करके मुस्लिम रहीसां नूं बस्तीवादी ताकत दी करੋਪੀ ਦਾ शिकार होना पिया सी। बरतानवी हाकमां वल्लों भारत अंदर चालू कीते गए नਵੇਂ आर्थिक सिलसिले ने जिथे एक पासे पूर्वी बंगाल दे रवायती मुस्लिम कारीगरां नूं उजाड़े दे मूँह विच धक्क दिता सी, उत्थे दूजे पासे इस ने हिंदू उच्च जातियां दी तरक्की अते खुशहाली दे राह खोल दिते सन। ढाके दा पतन अते कलकत्ते दी चढ़तल बंगाली समाज अंदर वापरी इस अहम समाजी तब्दीली दी सूचक सी, जिस ने पूरे हिंदुस्तान दी होनी उत्ते फैसलाकुन अते चिरस्थाई असर पाए। 18वीं सदी अंदर बरतानवियां दी हमदर्दी मुसलमानां दी तुलना विच हिंदुआं दे पक्ष विच ज़्यादा सी। इस दे प्रतੱਖ राजसी कारण सन। एक तां आम रूप विच बरतानवी मानसिकता उत्ते ईसाइयां अते मुसलमानां विचकार लड़ीਆਂ गईਆਂ जहादी जंगां दा डाढा असर सी। गोरियां नूं स्पेन दी जंग अजे तक नहीं सी भुल्ली। दूजा भारत अंदर अंग्रेज़ां ने मुसलमानां कोलों सत्ता खोही सी ਅਤੇ इस अमल दौरान बरतानिया ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਿਰਾਜ ਉਦ ਦੌਲਾ ਅਤੇ ਟੀਪੂ ਸੁਲਤਾਨ ਖਲਨਾਇਕਾਂ ਦਾ ਦਰਜਾ ਅਖਤਿਆਰ ਕਰ ਗਏ ਸਨ। ਟੀਪੂ ਸੁਲਤਾਨ ਦੀ ਹਾਰ ਉਪਰੰਤ ਬਰਤਾਨੀਆ ਅੰਦਰ ਵੱਡੇ ਪੈਮਾਨੇ ਉੱਤੇ ਜਨਤਕ ਜਸ਼ਨ ਮਨਾਏ ਗਏ ਸਨ। ਇਸ ਕਰਕੇ ਇਹ ਕੁਦਰਤੀ ਸੀ ਕਿ ਬਰਤਾਨਵੀ ਹਾਕਮ ਹਿੰਦੂਆਂ ਨੂੰ ਆਪਣੇ ਨਾਲ ਗੰਢਣ ਦੇ ਯਤਨ ਕਰਦੇ, ਖਾਸ ਕਰਕੇ ਇਸ ਲਈ ਕਿ ਹਿੰਦੂ ਬਹੁ ਗਿਣਤੀ ਵਿੱਚ ਸਨ। ਅੰਗਰੇਜ਼ ਇੱਕ ਵਿਸ਼ਾਲ ਅਤੇ ਸਵਾਲੀ ਬਹੁ ਗਿਣਤੀ ਜਿਸ ਨੂੰ ਮੁਸਲਿਮ ਜਰਵਾਣਿਆਂ ਨੇ ਦਬਾ ਰੱਖਿਆ ਸੀ ਦੇ ਰਖਵਾਲੇ ਬਣ ਕੇ ਪੇਸ਼ ਹੋਏ। ਨਥੇਨੀਅਲ ਬਰਾਸੀ ਹਾਲੈਂਡ, ਜਿਸ ਨੂੰ ਵਾਰਨ ਹੇਸਟਿੰਗਜ਼ ਨੇ 1773 ਈਸਵੀ ਵਿੱਚ ਹਿੰਦੂਆਂ ਦੇ ਕਾਨੂੰਨ ਦੇ ਗ੍ਰੰਥ ਦਾ ਤਰਜਮਾ ਕਰਨ ਲਈ ਮੁਕਰਰ ਕਰ ਦਿੱਤਾ ਸੀ, ਨੇ ਹੇਸਟਿੰਗਜ਼ ਦਾ ਉਸਤਤ ਗਾਇਨ ਕਰਦਿਆਂ ਉਸ ਨੂੰ ਹਿੰਦੂਆਂ ਦਾ ਮੁਕਤੀਦਾਤਾ ਕਹਿ ਕੇ ਨਿਵਾਜਿਆ ਸੀ, ਜਿਸ ਨੇ ਹਿੰਦੂਆਂ ਨੂੰ ਕੁਰਾਨ ਦੇ ਭ੍ਰਿਸ਼ਟ ਫਰਮਾਨਾਂ ਅਤੇ ਜਰ ਖਰੀਦ ਕਾਨੂੰਨਾਂ ਤੋਂ ਨਿਜਾਤ ਦਿਵਾ ਦਿੱਤੀ ਸੀ ਅਤੇ ਉਹਨਾਂ ਦੇ ਦੇਸ਼ ਦੇ ਕਾਨੂੰਨਾਂ ਅਤੇ ਦੁਰਕਾਰੇ ਗਏ ਵੇਦਾਂ ਦੇ ਸਦਾਚਾਰਕ ਪ੍ਰਬੰਧ ਨੂੰ ਬਹਾਲ ਕਰ ਦਿੱਤਾ ਸੀ। ਜਿਹੜੇ ਪੰਡਤਾਂ ਨੇ ਤਰਜਮੇ ਲਈ ਹਿੰਦੂ ਕਾਨੂੰਨਾਂ ਦਾ ਉਪਰੋਕਤ ਗ੍ਰੰਥ ਤਿਆਰ ਕੀਤਾ ਸੀ, ਉਹ ਵੀ ਹੇਸਟਿੰਗਜ਼ ਦੇ ਲੱਖ ਲੱਖ ਸ਼ੁਕਰਗੁਜ਼ਾਰ ਹੋਏ ਸਨ, ਜਿਸ ਨੇ ਉਹਨਾਂ ਦੀ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਬਦਖਲਾਸੀ ਕਰ ਦਿੱਤੀ ਸੀ। ਅੰਗਰੇਜ਼ਾਂ ਪ੍ਰਤੀ ਸ਼ੁਕਰਾਨੇ ਦਾ ਇਹ ਭਾਵ ਕੇਵਲ ਰਵਾਇਤੀ ਹਿੰਦੂ ਵਰਗਾਂ ਤੱਕ ਸੀਮਿਤ ਨਹੀਂ ਸੀ। ਬਾਅਦ ਵਿੱਚ ਆਧੁਨਿਕ ਵਿਦਿਆ ਦੇ ਜ਼ਰੀਏ ਪੈਦਾ ਹੋਏ ਨਵੇਂ ਪੜ੍ਹੇ ਲਿਖੇ ਹਿੰਦੂ ਵਰਗਾਂ ਅੰਦਰ ਵੀ ਇਸ ਦਾ ਵਿਆਪਕ ਅਸਰ ਪ੍ਰਗਟ ਹੋਇਆ। ਹਿੰਦੂ ਰਾਸ਼ਟਰਵਾਦੀਆਂ ਅੰਦਰ ਬੇਹੱਦ ਮਕਬੂਲ ਹੋਏ ਬੰਕਿਮ ਚੰਦਰ ਚੱਟੋਪਾਧਿਆਏ ਦੇ ਪ੍ਰਸਿੱਧ ਨਾਵਲ ਆਨੰਦ ਮਠ ਅਤੇ ਲਾਲਾ ਲਾਜਪਤ ਰਾਏ ਦੀ ਸਵੈ ਜੀਵਨੀ ਮਾਈ ਸਟੋਰੀ ਤੋਂ ਇਸ ਤੱਥ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ। 1857 ਦੇ ਗਦਰ ਮੌਕੇ ਬੰਗਾਲੀ ਜ਼ਮੀਂਦਾਰ, ਜੋ ਜ਼ਿਆਦਾਤਰ ਹਿੰਦੂ ਸਨ, ਪੂਰੀ ਤਰ੍ਹਾਂ ਬਰਤਾਨਵੀ ਹਕੂਮਤ ਦੇ ਪੱਖ ਵਿੱਚ ਭੁਗਤੇ ਸਨ। ਲਗਭਗ ਇੱਕ ਸਦੀ ਤੱਕ ਹਿੰਦੂ ਕੁਲੀਨ ਵਰਗ ਅਤੇ ਬਸਤੀਵਾਦੀ ਰਾਜ ਵਿਚਕਾਰ ਸੰਮਤੀ ਅਤੇ ਸਾਂਝ ਭਿਆਲੀ ਦਾ ਮਾਹੌਲ ਬਣਿਆ ਰਿਹਾ। 1857 ਦੇ ਘਟਨਾਕ੍ਰਮ ਨਾਲ ਦੋਵਾਂ ਧਿਰਾਂ ਵਿਚਕਾਰ ਹਨੀਮੂਨ ਦਾ ਇਹ ਦੌਰ ਖਤਮ ਹੋ ਗਿਆ ਅਤੇ ਇਸ ਦੇ ਨਾਲ ਹੀ ਭਾਰਤ ਅੰਦਰ ਰਾਸ਼ਟਰਵਾਦ ਦੇ ਰਾਜਸੀ ਵਰਤਾਰੇ ਦਾ ਜਨਮ ਹੋਇਆ। ਨਵਾਂ ਹਿੰਦੂ ਕੁਲੀਨ ਤਬਕਾ 1774 ਈਸਵੀ ਵਿੱਚ ਕਲਕੱਤੇ ਵਿਖੇ ਸੁਪਰੀਮ ਕੋਰਟ ਸਥਾਪਿਤ ਹੋ ਗਈ ਸੀ। ਮਈ 1816 ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਡਵਰਡ ਹਾਈਡ ਈਸਟ ਨੇ ਆਪਣੇ ਘਰੇ ਯੂਰਪੀ ਅਤੇ ਹਿੰਦੂ ਪੱਧਰ ਪੁਰਸ਼ਾਂ ਦੀ ਇੱਕ ਸਭਾ ਬੁਲਾਈ, ਜਿਸ ਵਿੱਚ ਹਿੰਦੂ ਭਾਈਚਾਰੇ ਦੇ ਬੱਚਿਆਂ ਨੂੰ ਪੱਛਮੀ ਵਿੱਦਿਆ ਦੇਣ ਲਈ ਸੰਸਥਾ ਸਥਾਪਿਤ ਕਰਨ ਦੀ ਤਜਵੀਜ਼ ਉੱਤੇ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿੱਚ ਰਾਜਾ ਰਾਮ ਮੋਹਨ ਰਾਏ ਸਮੇਤ ਕਲਕੱਤੇ ਦੇ ਹੋਰ ਕਈ ਸਾਰੇ ਪਤਵੰਤੇ ਹਿੰਦੂ ਸੱਜਣ ਸ਼ਾਮਿਲ ਹੋਏ ਸਨ।
इस विचार चर्चा का ठोस अमल सिट्टा यह निकलिया कि अगले ही दिन 1817 ईस्वी विच हिंदू कालज चालू किया गया, जिथे फोर्ट विलियम कालेज की स्थापना मुख्य तौर पर अंग्रेज अफसरशाही दीआं लोड़ां, उन्हां नूं स्थानक बोलियां अते रहतल तो जाणू कराउणा नूं मुख रख के कीती गई सी। उत्थे हिंदू कालज कायम करन दा मनोरथ नवे प्रबंधकी ढांचे लई हिंदू समाज विचों नवां कुलीन तबका पैदा करना सी। 1843 ईस्वी विच इस कालज अंदर इंजीनियरिंग की पढ़ाई अते सिखलाई आरंभ की गई। 1856 विच कलकत्ते विच ही एक वखरा बंगाल इंजीनियरिंग कालज स्थापित हो गया सी। इस तो पहला 1847 ईस्वी विच रुड़की विखे भारत अंदर पहला इंजीनियरिंग कालज खुल चुका सी। 1854 विच पुणे विखे दूजा इंजीनियरिंग कालज चालू हो गया। अहम गल यह है कि इन्हां संस्थावां दे दर सारे वर्गां लई खुले नहीं सन। इन्हां विच केवल ते केवल हिंदू उच्च जातियां दे बच्चे ही दाखला लै सकदे सन। प्रेजिडेंसी कालेज की स्थापना तो 37 साल बाद 1855 ईस्वी विच पहली बार समाज के सारे वर्गां लई दाखला खोलिया गया। उदों तक हिंदू उच्च जातियां दीआं 2 पुश्तां पढ़ लिख गईयां सन। उस साल 101 नवे विद्यार्थी दाखल होए, जिन्हां चों केवल 2 मुसलमान सन। बाकी दे 99 विद्यार्थी फिर उच्चियां हिंदू जातियां चों सन। कालेज की स्थापना तो 80 साल बाद जाके 1897 ईस्वी विच इस संस्था अंदर पहली बार किसी कुड़ी नूं दाखल होने का हक ते सुभाग नसीब होया सी। 1901 की मरदमशुमारी के अंकड़ियां मुताबिक बस्तीवादी प्रशासन अधीन बंगाली समाज अंदर हिंदू उच्च जातियां ब्राह्मण, वैद्या, कियासत आदि ने कुल वसों अंदर अपने निगूणे हिस्से 5.2% की तुलना विच 80% तो वधेरे उच्चियां पदवियां उत्ते हक जमा रखिया सी। नीवियां समझियां जांदियां हिंदू जातियां दे हिस्से सिर्फ 9.5% नौकरियां ही आईयां, जदों कि कुल वसों अंदर उन्हां दा हिस्सा 41.8% सी। बंगाल अंदर मुसलमानां दी गिनती अध नालों वध 51.2% सी, पर उच्चियां पदवियां अंदर उन्हां दा हिस्सा निगुणा केवल 10.3% सी। मद्रास प्रेजिडेंसी भाव अजोका समूचा तमिलनाडु, करनाटका, आंध्रा प्रदेश अते मालाबार, केरला की कुल वसों अंदर ब्राह्मण सिर्फ 3% सन, पर 1897 तो 1904 विचकार प्रेजिडेंसी सिविल सर्विसिज दीआं 94% असामियां इकल्ले ब्राह्मणां ने हथिया लईआं सन। मद्रास प्रेजिडेंसी अंदर ब्राह्मण वर्ग अंदर पढ़ाई की दर 80% सी, जबकि गैर ब्राह्मण वर्गां विचों केवल 4% लोग मुढ़ली विद्या का लाभ उठा सके सन। उच्ची विद्या ग्रहण करन वाला तां कोई विरला ही सी। 1914 विच मद्रास यूनीवर्सिटी के कुल 650 रजिस्टर ग्रैजुएटां विचों 450 70% के करीब ब्राह्मण सन। उसे ही साल समूचे खेतर विचों कांग्रेस पार्टी के कुल चुने गए 16 डेलीगेटां विचों 14 ब्राह्मण सन। 1901 ईस्वी तक मद्रास विधान कौंसल अंदर एक भी गैर ब्राह्मण नुमाइंदा नहीं सी। सो भारतीय समाज के ਜਿਹੜੇ वर्ग पुराने ढांचे अंदर सदियां तो विशेष हक सहूलतां माणदे आ रहे सन, उन्हां ही वर्गां ने बस्तीवादी राज हेठां नवे कुलीन तबके का जामा धारण कर लिया सी। नवे ढांचे अंदर जदों रिवायती हिंदू कुलीन वर्गां ने आधुनिक विद्या के जरिए प्रबंधकी ढांचे अंदर भारी हैसियत मल लई, तां हिंदू उच्च जातियां दा रवायती समाजी दबदबा राजसी गलबे विच तब्दील हो गया। स्वर्ण जातियां दी स्थानक पद्धर ते खिंडी बिखरी ताकत नौकरशाहीकरण दे अमल राहीं कुल हिंद पैमाने ते एकजुट हो गई। इस तरीके नाल हिंदू उच्च जातियां लई बस्तीवाद वरदान साबित होया।
ਇਸ ਨੇ ਜਾਤ ਪਾਤੀ ਪ੍ਰਥਾ ਨੂੰ ਕਮਜ਼ੋਰ ਕਰਨ ਦੀ ਥਾਵੇਂ ਹੋਰ ਮਜ਼ਬੂਤ ਕਰ ਦਿੱਤਾ। ਹਿੰਦੂ ਉੱਚ ਜਾਤੀਆਂ ਦੀ ਤਾਕਤ ਅਤੇ ਗੌਰਵ ਵਿੱਚ ਹੋਰ ਵਾਧਾ ਹੋ ਗਿਆ। ਬ੍ਰਾਹਮਣ ਵਰਗ ਨੇ ਜਿਸ ਤਰੀਕੇ ਨਾਲ ਰਵਾਇਤੀ ਸਮਾਜ ਅੰਦਰ ਸੰਸਕ੍ਰਿਤ ਉੱਤੇ ਆਪਣੀ ਇਜਾਰੇਦਾਰੀ ਦੇ ਜ਼ਰੀਏ ਗਿਆਨ ਉੱਤੇ ਇਜਾਰੇਦਾਰੀ ਹਾਸਲ ਕਰ ਲਈ ਸੀ, ਉਵੇਂ ਹੀ ਨਵੇਂ ਸਮਾਜ ਅੰਦਰ ਬ੍ਰਾਹਮਣ ਵਰਗ ਤੇ ਉਸ ਦੀਆਂ ਸਹਿਯੋਗੀ ਉੱਚ ਜਾਤੀਆਂ ਨੇ ਨਵੀਂ ਵਿੱਦਿਆ ਉੱਤੇ ਆਪਣੀ ਇਜਾਰੇਦਾਰੀ ਦੇ ਜ਼ਰੀਏ ਨਵੇਂ ਆਧੁਨਿਕ ਗਿਆਨ ਉੱਤੇ ਆਪਣਾ ਵਿਸ਼ੇਸ਼ ਹੱਕ ਜਮਾ ਲਿਆ ਸੀ। ਕਲਕੱਤਾ ਯੂਨੀਵਰਸਿਟੀ ਕਮਿਸ਼ਨ 1917 ਤੋਂ 1919 ਦੀ ਰਿਪੋਰਟ ਵਿੱਚ ਭੱਦਰਲੋਕ ਦੀ ਸਮਾਜੀ ਅੰਗ ਬਣਤਰ ਅਤੇ ਰਾਜਸੀ ਪ੍ਰਵਿਰਤੀ ਬਾਰੇ ਕੀਤੀ ਟਿੱਪਣੀ ਬਸਤੀਵਾਦ ਅਧੀਨ ਹਿੰਦੂ ਕੁਲੀਨ ਵਰਗ ਦੀ ਰਾਜਸੀ ਭੂਮਿਕਾ ਨੂੰ ਸਮਝਣ ਵਿੱਚ ਬੇਹੱਦ ਸਹਾਈ ਹੁੰਦੀ ਹੈ। ਰਿਪੋਰਟ ਮੁਤਾਬਕ ਬੰਗਾਲੀ ਭੱਦਰਲੋਕ ਵਿੱਚ ਵੱਡੀ ਭਾਰੀ ਗਿਣਤੀ 3 ਪ੍ਰਮੁੱਖ ਹਿੰਦੂ ਉੱਚ ਜਾਤੀਆਂ ਬ੍ਰਾਹਮਣ, ਵੈਦਿਆ, ਕਯਾਸਥ ਦੀ ਹੈ। ਇਹ ਲੋਕ ਅਨੇਕਾਂ ਸਦੀਆਂ ਤੋਂ ਭਾਈਚਾਰੇ ਦੇ ਪ੍ਰਸ਼ਾਸਕ, ਪੁਜਾਰੀ, ਉਸਤਾਦ, ਵਕੀਲ, ਡਾਕਟਰ, ਲਿਖਾਰੀ ਅਤੇ ਕਲਰਕ ਰਹੇ ਹਨ। ਬੰਗਾਲ ਅੰਦਰ ਕਰਮਵਾਰ ਜੋ ਵੀ ਸਰਕਾਰ ਆਈ, ਉਸ ਨੇ ਇਹਨਾਂ ਵਰਗਾਂ ਵਿੱਚੋਂ ਹੀ ਆਪਣੇ ਹੇਠਲੇ ਕਰਮਚਾਰੀ ਭਰਤੀ ਕੀਤੇ। ਆਪਣੇ ਤੋਂ ਪਹਿਲੇ ਮੁਸਲਿਮ ਹਾਕਮਾਂ ਵਾਂਗ ਹੀ ਬਰਤਾਨੀਆ ਨੇ ਵੀ ਅਜਿਹਾ ਹੀ ਕੀਤਾ। ਇਸ ਕਰਕੇ ਇਹ ਵਰਗ ਪੜ੍ਹਾਈ ਲਿਖਾਈ ਵਿੱਚ ਹਮੇਸ਼ਾ ਮੋਹਰੀ ਰਹੇ ਅਤੇ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਹੋਰ ਕਿਸੇ ਦੇਸ਼ ਅੰਦਰ ਮਾਤਰਾ ਅਤੇ ਮਹੱਤਵ ਦੇ ਲਿਹਾਜ਼ ਨਾਲ ਇਸ ਦੇ ਮੁਕਾਬਲੇ ਦੀ ਕੋਈ ਜਮਾਤ ਨਹੀਂ ਹੈ ਜਿਸ ਕੋਲ ਇਸ ਵਾਂਗੂ ਸਦੀਆਂ ਤੱਕ ਫੈਲੀ ਹੋਈ ਅੱਖਰ ਗਿਆਨ ਦੀ ਨਿਰੰਤਰ ਵਿਰਾਸਤ ਹੋਵੇ। ਸੋ ਬੰਗਾਲੀ ਭੱਦਰਲੋਕ ਦੇ 2 ਅਹਿਮ ਗੁਣ ਲੱਛਣ, ਇੱਕ ਅੱਖਰ ਗਿਆਨ ਦੀ ਲੰਮੀ ਵਿਰਾਸਤ ਅਤੇ ਦੂਜਾ ਆਪਣੇ ਆਪ ਨੂੰ ਵੇਲੇ ਦੀ ਰਾਜਸੀ ਸ਼ਕਤੀ ਦੇ ਅਨੁਕੂਲ ਢਾਲ ਲੈਣ ਦੀ ਗੁਣ ਯੋਗਤਾ ਇਸ ਨੂੰ ਬਸਤੀਵਾਦ ਅਧੀਨ ਬੇਹੱਦ ਰਾਸ ਆਈ। ਇਹਨਾਂ ਗੁਣਾਂ ਲੱਛਣਾਂ ਦੀ ਬਦੌਲਤ ਭੱਦਰਲੋਕ ਨੇ ਬਰਤਾਨਵੀ ਰਾਜ ਦੇ ਭਾਈਵਾਲ ਵਜੋਂ ਵੱਡਾ ਮਹੱਤਵ ਹਾਸਿਲ ਕਰ ਲਿਆ ਸੀ। ਇਸ ਨਾਲ ਇਸ ਅੰਦਰ ਰਾਜਸੀ ਅਸਰ, ਰਸੂਖ ਅਤੇ ਸੱਤਾ ਦੀ ਤੀਬਰ ਤਲਬ ਪੈਦਾ ਹੋ ਗਈ ਸੀ। ਭਾਰਤ ਬਾਰੇ ਬਸਤੀਵਾਦੀ ਗਿਆਨ ਦੀ ਰਚਨਾ। ਬਰਤਾਨਵੀ ਹਾਕਮਾਂ ਸਾਹਮਣੇ ਭਾਰਤ ਦੇ ਲੋਕਾਂ ਉੱਤੇ ਰਾਜ ਕਰਨ ਲਈ ਉਹਨਾਂ ਬਾਰੇ ਪ੍ਰਮਾਣਿਕ ਗਿਆਨ ਹਾਸਿਲ ਕਰਨ ਦੀ ਅਮਲੀ ਲੋੜ ਪੈਦਾ ਹੋ ਗਈ ਸੀ। ਭਾਰਤ ਅੰਦਰ ਈਸਟ ਇੰਡੀਆ ਕੰਪਨੀ ਦੇ ਰਾਜ ਦੀ ਸਥਾਪਨਾ ਦੇ ਨਾਲ ਹੀ ਯੂਰਪੀ ਵਿਦਵਾਨਾਂ ਵੱਲੋਂ ਭਾਰਤ ਬਾਰੇ ਗਿਆਨ ਹਾਸਿਲ ਕਰਨ ਦੇ ਸੁਚੇਤ ਅਤੇ ਸਿਲਸਿਲੇਬੱਧ ਯਤਨ ਸ਼ੁਰੂ ਹੋ ਗਏ। ਕੰਪਨੀ ਦੇ ਬੌਧਿਕ ਝੁਕਾਅ ਰੱਖਦੇ ਕੁਝ ਰਾਜ ਅਧਿਕਾਰੀਆਂ ਨੇ ਇਸ ਦਸ਼ਾ ਵਿੱਚ ਪਹਿਲੇ ਠੋਸ ਅਤੇ ਯੋਜਨਾਬੱਧ ਕਦਮ ਪੁੱਟੇ। ਭਾਰਤ ਅੰਦਰ ਬਸਤੀਵਾਦ ਦੀ ਸੇਵਾ ਨਿਭਾ ਰਹੇ ਜ਼ਿਆਦਾਤਰ ਅੰਗਰੇਜ਼ ਵਿਦਵਾਨ ਅਤੇ ਪ੍ਰਸ਼ਾਸਕ ਆਪਣੀ ਟ੍ਰੇਨਿੰਗ ਸਦਕਾ ਸਾਹਿਤਕ ਰੁਝਾਨ ਰੱਖਦੇ ਸਨ। ਇਸ ਕਰਕੇ ਉਹਨਾਂ ਨੇ ਭਾਰਤੀ ਸੱਭਿਆਚਾਰ ਨੂੰ ਜਾਣਨ ਸਮਝਣ ਲਈ ਭਾਰਤੀ ਸਾਹਿਤਕ ਗ੍ਰੰਥਾਂ ਨੂੰ ਕੁੰਜੀਵਤ ਸਰੋਤ ਮੰਨ ਲੈਣ ਦੀ ਪਹੁੰਚ ਅਪਣਾ ਲਈ। ਉਹਨਾਂ ਨੇ ਇਹਨਾਂ ਗ੍ਰੰਥਾਂ ਦਾ ਤਰਜਮਾ ਕਰਦਿਆਂ ਇਹਨਾਂ ਨੂੰ ਪੱਛਮੀ ਪਾ ਚਾੜ੍ਹ ਦਿੱਤੀ। ਉਹਨਾਂ ਨੇ ਪੱਛਮੀ ਭਾਸ਼ਾ ਵਿਗਿਆਨ ਦੇ ਮਿਆਰਾਂ ਅਤੇ ਮਨੌਤਾਂ ਨੂੰ ਇਹਨਾਂ ਗ੍ਰੰਥਾਂ ਉੱਤੇ ਥੋਪ ਦਿੱਤਾ। ਵੱਖੋ ਵੱਖਰੀ ਤਰ੍ਹਾਂ ਦੇ ਭਾਰਤੀ ਸਾਹਿਤ ਨੂੰ ਸਮਕਾਲੀ ਯੂਰਪੀ ਸਾਹਿਤਕ ਮਿਆਰਾਂ ਅਨੁਸਾਰ ਪੜ੍ਹਿਆ ਗਿਆ। ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਇੱਕ ਰੂਪ ਗ੍ਰੰਥ ਅਤੇ ਇਕਸਾਰ ਲਿਖਤੀ ਧਰਮ ਸੂਤਰ ਘੜ ਦਿੱਤੇ। ਭਾਰਤੀ ਧਾਰਮਿਕ ਪਰੰਪਰਾ ਦੇ ਮੌਖਿਕ ਅਤੇ ਮਕਬੂਲ ਪੱਖਾਂ ਨੂੰ ਮਹੱਤਵਹੀਣ ਬਣਾ ਦਿੱਤਾ ਗਿਆ। ਇਸ ਤਰੀਕੇ ਨਾਲ ਪੱਛਮੀ ਵਿਦਵਾਨਾਂ ਨੇ ਹਿੰਦੂ ਧਰਮ ਨੂੰ ਪਾਠਗਤ ਕਰ ਦਿੱਤਾ। ਸੰਸਕ੍ਰਿਤ ਪ੍ਰਧਾਨੀ ਧਰਮ ਸ਼ਾਸਤਰਾਂ ਨੂੰ ਹਿੰਦੂ ਧਰਮ ਦਾ ਪ੍ਰਮਾਣਿਕ ਸੋਮਾ ਅਤੇ ਆਧਾਰ ਮੰਨ ਲਿਆ ਗਿਆ। ਵੈਦਿਕ ਅਤੇ ਬ੍ਰਾਹਮਣਵਾਦੀ ਗ੍ਰੰਥਾਂ ਅਤੇ ਅਮਲਾਂ ਨੂੰ ਹਿੰਦੂ ਧਰਮ ਦਾ ਕੇਂਦਰੀ ਤੱਤ ਤਸੱਵਰ ਕਰ ਲਿਆ। ਬਸਤੀਵਾਦੀ ਹਾਕਮਾਂ ਅਤੇ ਪੱਛਮੀ ਵਿਦਵਾਨਾਂ ਨੇ ਇਹ ਗਲਤ ਮਨੌਤ ਬਣਾ ਲਈ ਸੀ ਕਿ ਭਾਰਤ ਦੇ ਸਾਰੇ ਮੂਲ ਵਸਿੰਦੇ ਬ੍ਰਾਹਮਣ ਹੋਣ ਜਾਂ ਅਛੂਤ, ਬੋਧੀ, ਜੈਨੀ, ਪਾਰਸੀ ਹੋਣ ਜਾਂ ਸਿੱਖ ਅਤੇ ਜਾਂ ਆਦੀਵਾਸੀ ਕਬੀਲੇ ਸਾਰੇ ਬ੍ਰਾਹਮਣਵਾਦੀ
ਧਰਮ ਗ੍ਰੰਥਾਂ ਵਿੱਚ ਬਰਾਬਰ ਨਿਸ਼ਠਾ ਰੱਖਦੇ ਸਨ। ਇਹ ਮਨੌਤ ਭਾਰਤ ਬਾਰੇ ਬਸਤੀਵਾਦੀ ਇਲਮ ਦੀ ਬੁਨਿਆਦ ਬਣੀ। ਜ਼ਾਹਰਾ ਤੌਰ 'ਤੇ ਹਿੰਦੂਵਾਦ ਦੀ ਇਹ ਬਸਤੀਵਾਦੀ ਘਾੜਤ ਬਹੁਵਾਦੀ ਨਹੀਂ ਸੀ, ਇਹ ਇੱਕਵਾਦੀ ਸੀ। ਇਸ ਕਰਕੇ ਇਹ ਭਾਰਤ ਦੀ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਦੀ ਥਾਵੇਂ ਇਸ ਨੂੰ ਨੁਕਸਾਨ ਪਹੁੰਚਾਉਣ ਵੱਲ ਸੇਧਿਤ ਸੀ। ਬਸਤੀਵਾਦੀ ਪ੍ਰਵਚਨ ਅੰਦਰ ਇੰਡੀਆ ਅਤੇ ਹਿੰਦੂ ਸਾਮਾਰਥੀ ਬਣ ਗਏ। ਭਾਰਤੀ ਸੱਭਿਅਤਾ, ਭਾਰਤੀ ਸੰਸਕ੍ਰਿਤੀ, ਭਾਰਤੀ ਧਾਰਮਿਕ ਪਰੰਪਰਾਵਾਂ ਆਦਿ ਇਸਤਲਾਹਾਂ ਹਿੰਦੂ ਰੰਗਤ ਗ੍ਰਹਿਣ ਕਰ ਗਈਆਂ। ਬਸਤੀਵਾਦੀ ਹਾਕਮਾਂ ਅਤੇ ਪੱਛਮੀ ਵਿਦਵਾਨਾਂ ਦੀ ਭਾਰਤ ਬਾਰੇ ਬਣੀ ਇਹ ਧਾਰਨਾ ਹੀ ਬਾਅਦ ਵਿੱਚ ਜਾ ਕੇ ਸਰਬ ਸਾਂਝੀ ਭਾਰਤੀ ਕੌਮ ਦੇ ਸੰਕਲਪ ਦੀ ਸਿਧਾਂਤਕ ਬੁਨਿਆਦ ਬਣੀ। ਰਾਸ਼ਟਰਵਾਦੀ ਬਿਰਤਾਂਤ ਅੰਦਰ ਇਸ ਧਾਰਨਾ ਨੂੰ ਲਗਾਤਾਰ ਦੁਹਰਾਇਆ ਅਤੇ ਦ੍ਰਿੜਾਇਆ ਗਿਆ। ਲਗਭਗ ਪੂਰੀ ਇੱਕ ਸਦੀ ਰਾਸ਼ਟਰਵਾਦ ਦਾ ਇਹ ਪ੍ਰਵਚਨ ਨਿਰਵਿਘਨ ਚੱਲਿਆ ਅਤੇ ਇਹ ਕੋਈ ਇਤਫਾਕੀਆ ਗੱਲ ਨਹੀਂ ਸੀ ਕਿ ਸਾਰੇ ਪ੍ਰਵਚਨਕਰਤਾ ਹਿੰਦੂ ਸਵਰਨ ਜਾਤੀਆਂ ਨਾਲ ਸੰਬੰਧਿਤ ਸਨ। ਸਮਾਜਵਾਦੀ ਧਾਰਾ 1920 ਦੇ ਲਗਭਗ ਪ੍ਰਗਟ ਹੋਈ। ਉਦੋਂ ਤੱਕ ਸੱਭਿਆਚਾਰਕ ਰਾਸ਼ਟਰਵਾਦ ਪੈਰ ਜਮਾ ਚੁੱਕਾ ਸੀ ਅਤੇ ਸਮਾਜਵਾਦੀ ਵਿਆਖਿਆਕਾਰ ਵੀ ਹਿੰਦੂ ਉੱਚ ਜਾਤੀਆਂ 'ਚੋਂ ਹੀ ਸਨ। ਆਜ਼ਾਦੀ ਤੋਂ ਬਾਅਦ ਭਾਰਤ ਦੀ ਏਕਤਾ ਦੀ ਇਸ ਧਾਰਨਾ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25(2) ਦੇ ਰੂਪ ਵਿੱਚ ਕਾਨੂੰਨੀ ਰੁਤਬਾ ਪ੍ਰਦਾਨ ਕੀਤਾ ਗਿਆ, ਜਿਸ ਅਨੁਸਾਰ ਬੋਧੀਆਂ, ਜੈਨੀਆਂ ਅਤੇ ਸਿੱਖਾਂ ਨੂੰ ਵਿਸ਼ਾਲ ਹਿੰਦੂ ਧਰਮ ਦੇ ਲਘੂ ਅੰਗ ਕਰਾਰ ਦੇ ਕੇ ਉਹਨਾਂ ਦੀ ਸੁਤੰਤਰ ਹਸਤੀ ਨਕਾਰ ਦਿੱਤੀ ਗਈ। ਦੇਸੀ ਗਿਆਨ ਦੋਵਾਂ ਹੀ ਰੂਪਾਂ, ਧਰਮ ਸ਼ਾਸਤਰਾਂ ਅਤੇ ਮੌਖਿਕ ਗਾਥਾਵਾਂ ਵਿੱਚ, ਕਿਉਂਕਿ ਦੇਸੀ ਬੋਲੀਆਂ ਵਿੱਚ ਹੀ ਸੀ। ਇਸੇ ਕਰਕੇ ਇਹ ਗਿਆਨ ਹਾਸਿਲ ਕਰਨ ਲਈ ਦੇਸੀ ਭਾਸ਼ਾਵਾਂ ਦੇ ਮਾਹਰਾਂ ਦੀ ਮਦਦ ਲੈਣੀ ਜ਼ਰੂਰੀ ਹੋ ਗਈ ਸੀ। ਹਿੰਦੂ ਧਰਮ ਸ਼ਾਸਤਰ ਸੰਸਕ੍ਰਿਤ ਵਿੱਚ ਲਿਖੇ ਹੋਏ ਸਨ। ਬਸਤੀਵਾਦੀ ਹਾਕਮਾਂ ਨੇ ਮੌਖਿਕ ਗਾਥਾਵਾਂ ਨਾਲੋਂ ਧਰਮ ਸ਼ਾਸਤਰ ਨੂੰ ਪ੍ਰਮੁੱਖਤਾ ਦੇਣ ਅਤੇ ਹੋਰਨਾਂ ਦੇਸੀ ਬੋਲੀਆਂ ਦੀ ਤੁਲਨਾ ਵਿੱਚ ਸੰਸਕ੍ਰਿਤ ਨੂੰ ਵਧਵਾਂ ਮਹੱਤਵ ਦੇਣ ਦਾ ਨਿਸ਼ਚਿਤ ਝੁਕਾਅ ਪ੍ਰਗਟਾਇਆ। ਉਹਨਾਂ ਨੇ ਪੰਡਤਾਂ ਦੀ ਮਦਦ ਨਾਲ ਧਰਮ ਗ੍ਰੰਥਾਂ ਨੂੰ ਅੰਗਰੇਜ਼ੀ ਵਿੱਚ ਉਲਥਾਉਣ ਦਾ ਮਹਾਕਾਰਜ ਵਿੱਢਿਆ। ਇਹ ਦੱਸਣ ਦੀ ਲੋੜ ਨਹੀਂ ਸੀ ਕਿ ਸੰਸਕ੍ਰਿਤ ਵਿੱਚ ਰਚੇ ਧਰਮ ਗ੍ਰੰਥ ਬ੍ਰਾਹਮਣ ਵਰਗ ਦੇ ਸੰਸਾਰ ਨਜ਼ਰੀਏ ਦੀ ਤਰਜਮਾਨੀ ਕਰਦੇ ਹਨ। ਇਹਨਾਂ ਗ੍ਰੰਥਾਂ ਵਿੱਚ ਦਰਜ ਗਿਆਨ ਦੇ ਆਧਾਰ 'ਤੇ ਯੂਰਪੀ ਵਿਦਵਾਨਾਂ ਨੇ ਭਾਰਤ ਬਾਰੇ ਬੁਨਿਆਦ ਰੂਪੀ ਧਾਰਨਾਵਾਂ ਸਿਰਜੀਆਂ, ਜਿਹੜੀਆਂ ਭਾਰਤ ਬਾਰੇ ਸਿਰਜੇ ਗਏ ਬਸਤੀਵਾਦੀ ਇਲਮ ਦੀ ਬੁਨਿਆਦ ਬਣੀਆਂ। ਪੱਛਮੀ ਵਿਦਵਾਨਾਂ ਨੇ ਭਾਰਤ ਦਾ ਰੋਮਾਂਚਕਾਰੀ ਅਕਸ ਸਿਰਜਿਆ। ਉਦਾਤ ਰੂਹਾਨੀਅਤ ਅਤੇ ਵੇਦਾਂ ਉਪਨਿਸ਼ਦਾਂ ਦੇ ਪ੍ਰਤਾਪ ਵਾਲਾ ਭਾਰਤ ਅਤੇ ਨਾਇਕਾਂ ਦੀਆਂ ਵੀਰ ਗਾਥਾਵਾਂ ਦੀ ਭੂਮੀ। ਵੈਦਿਕ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਹਿ ਕੇ ਵਡਿਆਇਆ ਗਿਆ। ਯੂਰਪੀ ਵਿਦਵਾਨਾਂ ਵੱਲੋਂ ਹਿੰਦੂ ਧਰਮ ਬਾਰੇ ਸਿਰਜੇ ਗਏ ਇਹਨਾਂ ਮਿੱਥਾਂ ਭਰਮਾਂ ਨੇ ਹਿੰਦੂਆਂ ਦੀ ਸਵੈ ਚੇਤਨਾ ਨੂੰ ਪ੍ਰਭਾਵਿਤ ਕੀਤਾ। ਉਹਨਾਂ ਨੇ ਆਪਣਾ ਕਲਪਿਤ ਅਕਸ ਸਿਰਜ ਲਿਆ ਅਤੇ ਫਿਰ ਆਪਣੇ ਆਪ ਨੂੰ ਇਸੇ ਅਨੁਸਾਰ ਵੇਖਣਾ ਮਹਿਸੂਸਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹਨਾਂ ਦੀ ਇਹ ਭਰਮ ਚੇਤਨਾ ਗੂੜੇ ਵਿਸ਼ਵਾਸਾਂ ਵਿੱਚ ਬਦਲ ਗਈ। ਸਮਾਂ ਪੈਣ ਨਾਲ ਇਹਨਾਂ ਵਿਸ਼ਵਾਸਾਂ ਵਿੱਚ ਕੱਟੜਤਾ ਆ ਗਈ। ਸਿੱਟੇ ਵਜੋਂ ਹਿੰਦੂ ਸਮਾਜ ਦੀਆਂ ਸਵਰਨ ਪਰਤਾਂ ਦੀ ਹੰਕਾਰੀ ਬਿਰਤੀ ਹੋਰ ਮਜ਼ਬੂਤ ਹੋ ਗਈ। ਬਰਤਾਨਵੀ ਹਾਕਮਾਂ ਅਤੇ ਯੂਰਪੀ ਵਿਦਵਾਨਾਂ ਦੁਆਰਾ ਭਾਰਤ ਬਾਰੇ ਸਿਰਜੀਆਂ ਗਈਆਂ ਇਹ ਧਾਰਨਾਵਾਂ ਦੋਨੋਂ ਯੂਰਪੀ ਅਤੇ ਭਾਰਤੀ ਕੁਲੀਨ ਵਰਗਾਂ ਦੇ ਹਿੱਤਾਂ ਦੇ ਅਨੁਕੂਲ ਸਨ। ਇਹਨਾਂ ਪੂਰਵਵਾਦੀ ਘਾੜਤਾਂ ਨਾਲ ਬ੍ਰਾਹਮਣਵਾਦ ਨੂੰ ਨਵਾਂ ਜੀਵਨ ਮਿਲਿਆ। ਇਸ ਨਾਲ ਬ੍ਰਾਹਮਣ ਵਰਗ ਦੇ ਗੌਰਵ ਵਿੱਚ ਹੋਰ ਵਾਧਾ ਹੋਇਆ। ਉਸ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਸ੍ਰੇਸ਼ਟ ਸਮਝਣ ਦੀ ਘਮੰਡੀ ਬਿਰਤੀ ਹੋਰ ਪ੍ਰਚੰਡ ਹੋ ਗਈ। ਬ੍ਰਾਹਮਣਾਂ ਅਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਅੰਦਰ ਆਪਣੇ ਆਪ ਨੂੰ ਭਾਰਤੀ ਸਮਾਜ ਦੇ ਕੁਦਰਤੀ ਆਗੂ ਸਮਝਣ ਦੀ ਭਾਵਨਾ ਨੂੰ ਨਵਾਂ ਬਲ ਮਿਲਿਆ। ਇਸ ਨਾਲ ਕੁਦਰਤੀ ਤੌਰ 'ਤੇ ਉਹਨਾਂ ਅੰਦਰ ਰਾਜਸੀ ਆਕਾਂਖਿਆਵਾਂ ਜਾਗ ਉੱਠੀਆਂ, ਪਰ ਕੌਟਲਿਆ ਦੇ ਸੁਜਾਨ ਪੈਰੋਕਾਰ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਰਾਜਸੀ ਆਕਾਂਖਿਆ ਦਾ ਫੌਰੀ ਅਤੇ ਸਿੱਧੇ ਨੰਗੇ ਰੂਪ ਵਿੱਚ
ਉਚਾਰਨ ਕਰਨ ਦੀ ਜਗ੍ਹਾ, ਜਿਸ ਨਾਲ ਉਹਨਾਂ ਦਾ ਬਸਤੀਵਾਦੀ ਰਾਜ ਦਾ ਅਟੱਲ ਰੂਪ ਵਿੱਚ ਟਕਰਾਅ ਪੈਦਾ ਹੋਣ ਵਾਲਾ ਸੀ। ਹਮਲੇ ਦਾ ਰੁਖ ਮੁਸਲਮਾਨਾਂ ਦੇ ਖਿਲਾਫ ਸੇਧਿਤ ਕਰਨ ਦੀ ਰਣਨੀਤੀ ਅਪਣਾਈ। ਜੇਕਰ ਹਿੰਦੂ ਧਰਮ ਨੂੰ ਸਰਵੋਤਮ ਦਰਸਾਉਣਾ ਸੀ, ਜੇਕਰ ਬ੍ਰਾਹਮਣੀ ਸੱਭਿਆਚਾਰਾਂ ਦੀ ਠੁੱਕ ਬੰਨ੍ਹਣੀ ਸੀ, ਤਾਂ ਹਿੰਦੂ ਵਿਸ਼ਵਾਸਾਂ ਅਤੇ ਰਹੁ ਰੀਤਾਂ 'ਚੋਂ ਕੁਰੂਪਤਾ ਦੇ ਅੰਸ਼ ਦੂਰ ਕਰਨੇ ਜ਼ਰੂਰੀ ਹੋ ਗਏ ਸਨ। ਇਸ 'ਚੋਂ ਸੁਧਾਰ ਦੀ ਲੋੜ ਅਤੇ ਦਿਸ਼ਾ ਨਿਰਧਾਰਤ ਹੋਈ। ਹਿੰਦੂ ਧਰਮ ਦੇ ਕੁਰੂਪ ਯਥਾਰਥ ਦੀ ਵਿਆਖਿਆ ਇਹ ਕੀਤੀ ਗਈ ਕਿ ਇਹ ਆਪਣੇ ਮੌਲਿਕ ਰੂਪ ਵਿੱਚ ਹਿੰਦੂ ਧਰਮ ਸਰਵੋਤਮ ਸੀ। ਹਿੰਦੂ ਧਰਮ ਦਾ ਇਹ ਮੌਲਿਕ ਅਤੇ ਸ਼ੁੱਧ ਰੂਪ ਵੇਦਾਂ, ਉਪਨਿਸ਼ਦਾਂ ਅਤੇ ਭਗਵਤ ਗੀਤਾ ਵਿੱਚ ਸਾਂਭਿਆ ਪਿਆ ਹੈ, ਪਰ ਬਾਅਦ ਵਿੱਚ ਇਸ ਵਿੱਚ ਨਿਘਾਰ ਆ ਗਿਆ। ਇਸ ਨਿਘਾਰ ਲਈ ਮੁਸਲਮਾਨਾਂ ਨੂੰ ਅਤੇ ਬ੍ਰਾਹਮਣਵਾਦ ਨਾਲੋਂ ਵੱਖਰੇ ਜਾਂ ਇਸ ਨਾਲ ਟਕਰੇਵੇਂ ਹਿੱਤਾਂ ਵਾਲੇ ਮਤਾਂ ਫਿਰਕਿਆਂ ਨੂੰ ਦੋਸ਼ੀ ਗਰਦਾਨਿਆ ਗਿਆ। ਸੋ ਹਿੰਦੂ ਧਰਮ ਦੀ ਆਦਿਕਾਲੀ ਸ਼ੁੱਧਤਾ, ਪਵਿੱਤਰਤਾ ਅਤੇ ਚੜ੍ਹਤਲ ਬਹਾਲ ਕਰਨ ਦਾ ਟੀਚਾ ਅਤੇ ਕਾਰਜ ਮਿਥਿਆ ਗਿਆ। ਇਹ ਵੈਦਿਕ ਸ਼ਾਵਣਵਾਦ ਹੀ ਦੂਸਰੇ ਧਰਮਾਂ ਅਤੇ ਮਤਾਂ ਨਾਲ ਝਗੜੇ ਕਲੇਸ਼ਾਂ ਦਾ ਕਾਰਨ ਬਣ ਗਿਆ। ਇਸ ਤਰ੍ਹਾਂ ਸੁਧਾਰਵਾਦ ਦਾ ਇਹ ਪ੍ਰੋਜੈਕਟ ਆਪਣੇ ਮੂਲ ਖਾਸੇ ਪੱਖੋਂ ਮੁਸਲਿਮ ਵਿਰੋਧੀ ਸੀ। ਹਿੰਦੂ ਸਮਾਜ ਅੰਦਰ ਸੁਧਾਰ ਦੀ ਇਸ ਲਹਿਰ ਬਾਰੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਇਹ ਸਿਧਾਂਤਕ ਨਿਰਣਾ ਭਾਰੀ ਅਹਿਮੀਅਤ ਰੱਖਦਾ ਹੈ ਕਿ ਹਿੰਦੂ ਸੁਧਾਰਕਾਂ ਨੇ ਹਿੰਮੇ ਵਿੱਚ ਉਪਜੀ ਵਰਨ ਵੰਡ ਦੀ ਚਿੰਤਨ ਜਕੜ ਤੋਂ ਪੂਰਨ ਭਾਂਤ ਨਿਜਾਤ ਨਾ ਪਾਈ। ਉਹਨਾਂ ਨੇ ਵਰਨ ਵੰਡ ਦੇ ਸਾਰੇ ਸੰਸਕਾਰਾਂ ਦਾ ਤਿਆਗ ਨਾ ਕੀਤਾ। ਉਹਨਾਂ ਨੇ ਇਤਿਹਾਸ ਦੇ ਇੱਕ ਮੋੜ 'ਤੇ ਸੁਧਾਰਵਾਦੀ ਦ੍ਰਿਸ਼ਟੀਕੋਣ ਤੋਂ ਹਿੰਦੂ ਅਮਲ ਦੇ ਕੁਝ ਹੱਦੋਂ ਵੱਧ ਕੁਰੂਪ ਤੱਤਾਂ ਨੂੰ ਖਤਮ ਕਰਕੇ ਇਸ ਨੂੰ ਨਰੋਆ ਜੀਵਨ ਦੇਣ ਦਾ ਯਤਨ ਵਸ਼ ਕੀਤੇ, ਪਰ ਯੁਗਾਂ ਯੁਗਾਂ ਤੋਂ ਪ੍ਰਫੁੱਲਿਤ ਹੋ ਰਹੇ ਵਿਪਰ ਸੰਸਕਾਰ ਦੀ ਵਰਨ ਵੰਡ ਵਿੱਚ ਪ੍ਰਗਟ ਹੋਈ ਮੂਲ ਸ਼ਕਤੀ ਨਾਲੋਂ ਆਪਣਾ ਮੋਹ ਨਹੀਂ ਤੋੜਿਆ। ਉਹਨਾਂ ਦੇ ਸਮੁੱਚੇ ਵਿਹਾਰ ਵਿੱਚੋਂ ਵਰਨ ਵੰਡ ਦਾ ਸਮ੍ਰਿਤੀ ਨਿਯਮ ਦੂਰ ਨਾ ਹੋਇਆ। ਰਾਸ਼ਟਰਵਾਦੀ ਧਾਰਾ ਦਾ ਮੁੱਢ ਅਤੇ ਵਿਕਾਸ। ਪੱਛਮੀ ਵਿਦਿਆ ਦੇ ਅਸਰ ਹੇਠ ਪੜ੍ਹੇ ਲਿਖੇ ਹਿੰਦੂ ਉੱਚ ਵਰਗਾਂ ਦੇ ਮਨਾਂ ਅੰਦਰ ਭਾਰਤ ਵਿੱਚ ਪੱਛਮੀ ਨਮੂਨੇ ਦਾ ਸਮਾਜੀ ਰਾਜਸੀ ਪ੍ਰਬੰਧ ਅਤੇ ਨਿਜ਼ਾਮ ਕਾਇਮ ਕਰਨ ਦੀ ਵੱਡੀ ਖਾਹਸ਼ ਪੈਦਾ ਹੋ ਗਈ। ਉਹਨਾਂ ਨੇ ਪੱਛਮੀ ਰਾਜਾਂ ਦੀ ਰੀਸੇ ਭਾਰਤ ਨੂੰ ਸਰਵ ਸਾਂਝੇ ਰਾਸ਼ਟਰ ਵਜੋਂ ਚਿਤਵਣਾ ਸ਼ੁਰੂ ਕਰ ਦਿੱਤਾ ਅਤੇ ਇਸ ਆਦਰਸ਼ ਨੂੰ ਹਕੀਕਤ ਵਿੱਚ ਬਦਲਣ ਲਈ ਉਹਨਾਂ ਦੇ ਮਨਾਂ ਅੰਦਰ ਭਾਰਤ ਨੂੰ ਬਸਤੀਵਾਦੀ ਗਲਬੇ ਤੋਂ ਮੁਕਤ ਕਰਾਉਣ ਦੀ ਰਾਸ਼ਟਰਵਾਦੀ ਭਾਵਨਾ ਅਤੇ ਤਾਂਘ ਪੈਦਾ ਹੋ ਗਈ। ਨਤੀਜੇ ਵਜੋਂ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਅੰਦਰ ਭਾਰਤੀ ਰਾਸ਼ਟਰਵਾਦੀ ਲਹਿਰ ਦਾ ਸਰੂਪ ਉਗੜਨਾ ਸ਼ੁਰੂ ਹੋ ਗਿਆ ਸੀ। ਆਪਣੀਆਂ ਰਾਜਸੀ ਆਕਾਂਖਿਆਵਾਂ ਦੀ ਪੂਰਤੀ ਲਈ ਹਿੰਦੂ ਉੱਚ ਜਾਤੀ ਵਰਗਾਂ ਦੇ ਬੁੱਧੀਸ਼ੀਲ ਆਗੂਆਂ ਨੇ ਸਰਵ ਸਾਂਝੀ ਭਾਰਤੀ ਕੌਮ ਦੀ ਸੰਕਲਪਾਤਮਿਕ ਰਚਨਾ ਕੀਤੀ ਅਤੇ ਇਸ ਆਧਾਰ 'ਤੇ ਭਾਰਤ ਦੇ ਲੋਕਾਂ ਸਾਹਮਣੇ ਸਵੈ ਸੁਤੰਤਰ ਅਤੇ ਇਕਜੁੱਟ ਭਾਰਤੀ ਰਾਸ਼ਟਰ ਦੀ ਸਿਰਜਣਾ ਕਰਨ ਦਾ ਮਨ ਲੁਭਾਉਣਾ ਰਾਜਸੀ ਟੀਚਾ ਅਤੇ ਪ੍ਰੋਗਰਾਮ ਪੇਸ਼ ਕੀਤਾ। ਇਸ ਸਿਧਾਂਤਕ ਹਥਿਆਰ ਦੇ ਜ਼ਰੀਏ ਭਾਰਤ ਅੰਦਰਲੇ ਗੈਰ ਹਿੰਦੂ ਧਾਰਮਿਕ ਭਾਈਚਾਰਿਆਂ, ਖਾਸ ਕਰਕੇ ਮੁਸਲਮਾਨਾਂ ਅਤੇ ਸਿੱਖਾਂ ਅਤੇ ਇਸ ਦੇ ਨਾਲ ਹੀ ਹਿੰਦੂ ਸਮਾਜ ਦੇ ਹੇਠਲੇ ਦੱਬੇ ਕੁਚਲੇ ਵਰਗਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਹਾਸ਼ੀਆਗ੍ਰਸਤ ਕਰ ਦਿੱਤਾ ਗਿਆ। ਸੁਭਾਵਿਕ ਹੀ ਭਾਰਤੀ ਰਾਸ਼ਟਰਵਾਦ ਲਹਿਰ ਦਾ ਮਹੂਰਤ ਬੰਗਾਲ ਤੋਂ ਹੋਇਆ ਅਤੇ ਬੰਗਾਲ ਹੀ ਇਸ ਦਾ ਮੋਢੀ ਅਤੇ ਅਗਵਾਨੂ ਬਣਿਆ। ਰਾਜਾ ਰਾਮ ਮੋਹਨ ਰਾਏ ਤੋਂ ਲੈ ਕੇ ਰਵਿੰਦਰਨਾਥ ਟੈਗੋਰ ਤੱਕ ਬੰਗਾਲੀ ਦਾਨਸ਼ਵਰਾਂ ਨੇ ਭਾਰਤੀ ਰਾਸ਼ਟਰਵਾਦੀ ਲਹਿਰ ਦੀ ਉਠਾਣ ਲਈ ਸਿਧਾਂਤਕ ਆਧਾਰ ਅਤੇ ਅਨੁਕੂਲ ਵਾਤਾਵਰਨ ਸਿਰਜ ਦਿੱਤਾ ਸੀ। ਇਸ ਵਿੱਚੋਂ ਜਿਹੜੀ ਵੀ ਰਾਜਸੀ ਰੁਝਾਨ ਅਥਵਾ ਧਾਰਾਵਾਂ ਪ੍ਰਗਟ ਹੋਈਆਂ, ਨਰਮ ਖਿਆਲੀ ਸਨ ਜਾਂ ਗਰਮ ਖਿਆਲੀ, ਅਹਿੰਸਕ ਸਨ ਜਾਂ ਹਿੰਸਕ, ਸਾਰਿਆਂ ਦਾ ਮੂਲ ਸਿਧਾਂਤਕ ਤੱਥ ਸਾਂਝਾ ਸੀ। ਇਹ ਸਾਰੀਆਂ ਧਾਰਾਵਾਂ ਹਿੰਦੂ ਪੁਨਰਵਾਸ ਦੇ ਵਰਤਾਰੇ ਦਾ ਇਜ਼ਹਾਰ ਅਤੇ ਅੰਗ ਸਨ। ਉਹਨਾਂ ਦਾ ਸੁਪਨਾ ਅਤੇ ਮਨੋਕਾਮਨਾਵਾਂ ਸਾਂਝੀਆਂ ਸਨ। ਉਹ ਹਿੰਦੂ ਧਰਮ ਦੀ ਖੁੱਸੀ ਹੋਈ ਸ਼ਾਨ ਬਹਾਲ ਕਰਨ,
ਇਸ ਦੀ ਮੁੜ ਚੜ੍ਹਤਲ ਕਾਇਮ ਕਰਨਾ ਚਾਹੁੰਦੇ ਸਨ। ਉਹ ਸਾਰੇ ਉੱਚੀਆਂ ਜਾਤੀਆਂ 'ਚੋਂ ਸਨ ਜਿਨ੍ਹਾਂ ਦੀ ਵਰਨ ਆਸ਼ਰਮ ਧਰਮ ਵਿੱਚ ਪੂਰਨ ਨਿਸ਼ਠਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਜੇਲ੍ਹ 'ਚੋਂ ਆਪਣੀ ਧੀ ਇੰਦਰਾ ਨੂੰ ਲਿਖੀਆਂ ਚਿੱਠੀਆਂ ਤੋਂ ਉਪਰੋਕਤ ਨਿਰਣਿਆਂ ਦੀ ਪੂਰਨ ਪੁਸ਼ਟੀ ਹੁੰਦੀ ਹੈ। ਚਿੱਠੀਆਂ ਦੇ ਕੁਝ ਅੰਸ਼ ਇਸ ਪ੍ਰਕਾਰ ਹਨ। ਪਰ ਅੰਗਰੇਜ਼ਾਂ ਨੇ ਭਾਰਤ ਦਾ ਇੱਕ ਵੱਡਾ ਭਲਾ ਇਹ ਕਰ ਦਿੱਤਾ ਕਿ ਉਹਨਾਂ ਦੀ ਨਵੀਨ ਅਤੇ ਧੜੱਲੇਦਾਰ ਜੀਵਨ ਪ੍ਰਣਾਲੀ ਦੇ ਪ੍ਰਭਾਵ ਨੇ ਭਾਰਤ ਨੂੰ ਝੰਜੋੜਿਆ ਅਤੇ ਭਾਰਤ ਦੇ ਲੋਕਾਂ ਅੰਦਰ ਰਾਜਸੀ ਏਕਤਾ ਅਤੇ ਕੌਮੀਅਤ ਦਾ ਭਾਵ ਪੈਦਾ ਕਰ ਦਿੱਤਾ। ਇਹ ਝਟਕਾ ਦੁਖਦਾਈ ਤਾਂ ਸੀ, ਪਰੰਤੂ ਸਾਡੇ ਪੁਰਾਤਨ ਦੇਸ਼ ਅਤੇ ਲੋਕਾਂ ਨੂੰ ਨਵਾਂ ਜੋਬਨ ਬਖਸ਼ਣ ਲਈ ਇਹ ਸ਼ਾਇਦ ਜ਼ਰੂਰੀ ਸੀ। ਅੰਗਰੇਜ਼ੀ ਵਿੱਦਿਆ ਦਾ ਮਕਸਦ ਭਾਵੇਂ ਅੰਗਰੇਜ਼ੀ ਰਾਜ ਲਈ ਕਲਰਕ ਪੈਦਾ ਕਰਨਾ ਸੀ, ਪਰ ਇਸ ਨੇ ਭਾਰਤੀਆਂ ਨੂੰ ਵਰਤਮਾਨ ਪੱਛਮੀ ਵਿਚਾਰਾਂ ਤੋਂ ਜਾਣੂ ਕਰਵਾ ਦਿੱਤਾ, ਜਿਸ ਨਾਲ ਇੱਕ ਨਵਾਂ ਤਬਕਾ ਅੰਗਰੇਜ਼ੀ ਪੜ੍ਹਿਆ ਵਰਗ ਪੈਦਾ ਹੋਣ ਲੱਗਾ। ਇਹ ਵਰਗ ਗਿਣਤੀ ਵਿੱਚ ਛੋਟਾ ਸੀ ਅਤੇ ਲੋਕਾਂ ਨਾਲੋਂ ਕੱਟਿਆ ਹੋਇਆ ਸੀ, ਪਰੰਤੂ ਫਿਰ ਵੀ ਇਸ ਵਰਗ ਦੇ ਭਾਗਾਂ ਵਿੱਚ ਨਵੀਂ ਰਾਸ਼ਟਰਵਾਦੀ ਲਹਿਰ ਦੀ ਅਗਵਾਈ ਕਰਨਾ ਲਿਖਿਆ ਹੋਇਆ ਸੀ। ਪਹਿਲਾਂ ਪਹਿਲ ਇਹ ਤਬਕਾ ਅੰਗਰੇਜ਼ਾਂ ਦੀ ਵਡਿਆਈ ਕਰਦਾ ਸੀ। ਭਾਰਤ ਉੱਤੇ ਪੱਛਮੀ ਵਿਚਾਰਾਂ ਦੇ ਪ੍ਰਭਾਵ ਨੇ ਹਿੰਦੂ ਧਰਮ ਉੱਤੇ ਵੀ ਕੁਝ ਹੱਦ ਤੱਕ ਅਸਰ ਪਾਇਆ। 19ਵੀਂ ਸਦੀ ਦੇ ਮੁੱਢਲੇ ਦੌਰ ਵਿੱਚ ਬੰਗਾਲ ਅੰਦਰ ਹਿੰਦੂਵਾਦ ਨੂੰ ਪੱਛਮੀ ਲੀਹਾਂ ਉੱਤੇ ਸੁਧਾਰਨ ਦਾ ਯਤਨ ਹੋਇਆ। ਇਹ ਯਤਨ ਨਿਸ਼ਚਿਤ ਤੌਰ 'ਤੇ ਈਸਾਈਅਤ ਅਤੇ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਇਸ ਨੂੰ ਚਾਲੂ ਕਰਨ ਵਾਲਾ ਰਾਜਾ ਰਾਮ ਮੋਹਨ ਰਾਏ ਸੀ। ਸਦੀ ਦੇ ਅਖੀਰ ਵਿੱਚ ਇੱਕ ਹੋਰ ਧਰਮ ਸੁਧਾਰ ਲਹਿਰ ਚੱਲੀ। ਇਹ ਪੰਜਾਬ ਅੰਦਰ ਚੱਲੀ ਅਤੇ ਇਸ ਦਾ ਬਾਨੀ ਸਵਾਮੀ ਦਇਆਨੰਦ ਸਰਸਵਤੀ ਸੀ। ਬ੍ਰਹਮੋ ਸਮਾਜ ਤੋਂ ਬਾਅਦ ਇੱਕ ਹੋਰ ਸਭਾ ਸਥਾਪਿਤ ਹੋਈ ਜਿਸ ਦਾ ਨਾਂ ਆਰੀਆ ਸਮਾਜ ਸੀ। ਭਾਵੇਂ ਇਹ ਇੱਕ ਸੁਧਾਰ ਮੁਖੀ ਲਹਿਰ ਸੀ ਜਿਹੜੀ ਬਿਨਾਂ ਸ਼ੱਕ ਮੁਸਲਿਮ ਅਤੇ ਈਸਾਈ ਵਿਚਾਰਾਂ ਤੋਂ ਪ੍ਰਭਾਵਿਤ ਸੀ, ਪਰ ਤੱਤ ਵਿੱਚ ਇਹ ਇੱਕ ਹਮਲਾਵਰ ਲੜਾਕੂ ਲਹਿਰ ਸੀ। ਇਹ ਰੱਖਿਆਤਮਕ ਅਤੇ ਗਤੀਹੀਣ ਹਿੰਦੂਵਾਦ ਨੂੰ ਇੱਕ ਹਮਲਾਵਰ ਮਿਸ਼ਨਰੀ ਧਰਮ ਵਿੱਚ ਤਬਦੀਲ ਕਰਨ ਦਾ ਯਤਨ ਸੀ। ਇਸ ਦਾ ਮਨੋਰਥ ਹਿੰਦੂਵਾਦ ਨੂੰ ਸੁਰਜੀਤ ਕਰਨਾ ਸੀ। ਇਸ ਨੂੰ ਰਾਸ਼ਟਰਵਾਦੀ ਰੰਗਤ ਦੇਣ ਕਰਕੇ ਇਹ ਲਹਿਰ ਤਾਕਤ ਗ੍ਰਹਿਣ ਕਰ ਗਈ। ਅਸਲ ਵਿੱਚ ਇਹ ਹਿੰਦੂ ਰਾਸ਼ਟਰਵਾਦ ਸਿਰੀ ਚੁੱਕ ਰਿਹਾ ਸੀ। ਵਿਵੇਕਾਨੰਦ ਦਾ ਰਾਸ਼ਟਰਵਾਦ ਵੀ ਹਿੰਦੂ ਰਾਸ਼ਟਰਵਾਦ ਹੀ ਸੀ ਅਤੇ ਇਸ ਦੀਆਂ ਜੜ੍ਹਾਂ ਹਿੰਦੂ ਧਰਮ ਅਤੇ ਸੱਭਿਆਚਾਰ ਵਿੱਚ ਲੱਗੀਆਂ ਹੋਈਆਂ ਸਨ। ਇਸ ਤਰ੍ਹਾਂ ਇਹ ਨੋਟ ਕਰਨਾ ਦਿਲਚਸਪ ਹੈ ਕਿ ਭਾਰਤ ਅੰਦਰ 19ਵੀਂ ਸਦੀ ਵਿੱਚ ਰਾਸ਼ਟਰਵਾਦ ਦੀਆਂ ਮੁੱਢਲੀਆਂ ਤਰੰਗਾਂ ਧਾਰਮਿਕ ਅਤੇ ਹਿੰਦੂ ਸਨ। ਮੁਸਲਮਾਨ ਕੁਦਰਤੀ ਤੌਰ 'ਤੇ ਇਸ ਹਿੰਦੂ ਰਾਸ਼ਟਰਵਾਦ ਵਿੱਚ ਸ਼ਾਮਿਲ ਨਹੀਂ ਸੀ ਹੋ ਸਕਦੇ। ਕਾਂਗਰਸ ਪਾਰਟੀ ਮੁੱਢਲੇ ਦਿਨਾਂ ਦੇ ਹਿੰਦੂ ਰਾਸ਼ਟਰਵਾਦ ਵਾਂਗੂ ਤੰਗ ਨਜ਼ਰ ਨਹੀਂ ਸੀ, ਪਰ ਤਾਂ ਵੀ ਇਹ ਮੁੱਖ ਤੌਰ 'ਤੇ ਹਿੰਦੂ ਹੀ ਸੀ। ਕੁਝ ਮੋਹਰੀ ਮੁਸਲਮਾਨ ਇਸ ਵਿੱਚ ਸ਼ਾਮਿਲ ਜ਼ਰੂਰ ਹੋਏ ਅਤੇ ਇਸ ਦੀ ਪ੍ਰਧਾਨਗੀ ਵੀ ਕੀਤੀ, ਪਰ ਕੁੱਲ ਮਿਲਾ ਕੇ ਮੁਸਲਮਾਨ ਇਸ ਤੋਂ ਦੂਰ ਹੀ ਰਹੇ। ਸਵਦੇਸ਼ੀ ਲਹਿਰ ਨੇ ਅੱਧ-ਪਚੱਧ ਪ੍ਰੇਰਨਾ ਹਿੰਦੂਵਾਦ ਤੋਂ ਲਈ। ਪੱਛਮੀ ਭਾਰਤ ਅੰਦਰ ਵੀ ਇਸ ਸਮੇਂ ਦੌਰਾਨ ਭਾਰੀ ਜਾਗ ਲੱਗੀ ਅਤੇ ਹਿੰਦੂਵਾਦੀ ਰੰਗਤ ਵਾਲਾ ਹਮਲਾਵਰ ਰਾਸ਼ਟਰਵਾਦ ਮੁੜ ਜੀਵਿਤ ਹੋਇਆ, ਜਿਸ ਵਿੱਚੋਂ ਬਾਲ ਗੰਗਾਧਰ ਤਿਲਕ ਇੱਕ ਮਹਾਨ ਆਗੂ ਬਣ ਕੇ ਉੱਭਰਿਆ। ਨਹਿਰੂ ਵੱਲੋਂ ਇਸ ਸੱਚ ਦਾ ਖੁੱਲ੍ਹੇਆਮ ਇਕਬਾਲ ਕਰ ਲੈਣਾ ਕਿ ਭਾਰਤ ਅੰਦਰ 19ਵੀਂ ਸਦੀ ਵਿੱਚ ਰਾਸ਼ਟਰਵਾਦ ਦੀਆਂ ਮੁੱਢਲੀਆਂ ਤਰੰਗਾਂ ਧਾਰਮਿਕ ਅਤੇ ਹਿੰਦੂ ਸਨ, ਬੇਹੱਦ ਅਹਿਮੀਅਤ ਰੱਖਦਾ ਹੈ, ਕਿਉਂਕਿ ਰਾਸ਼ਟਰਵਾਦੀ ਬਿਰਤਾਂਤ ਅੰਦਰ ਇਸ ਸੱਚਾਈ ਉੱਤੇ ਪਰਦਾ ਪਾਉਣ ਦੇ ਯਤਨ ਕੀਤੇ ਗਏ ਹਨ। ਬੰਗਾਲ ਅਤੇ ਮਹਾਰਾਸ਼ਟਰ ਦੇ ਹਥਿਆਰਬੰਦ ਕਾਰਨਾਮਿਆਂ ਵਿੱਚ ਵਿਸ਼ਵਾਸ ਰੱਖਣ ਵਾਲੇ ਹਿੰਦੂ ਰਾਸ਼ਟਰਵਾਦੀਆਂ ਨੂੰ ਪ੍ਰਸ਼ੰਸਾ ਭਾਵ ਨਾਲ ਇਨਕਲਾਬੀ ਜਾਂ ਕ੍ਰਾਂਤੀਕਾਰੀ ਕਹਿ ਕੇ ਉਹਨਾਂ ਦਾ ਹਿੰਦੂਵਾਦੀ ਲੱਛਣ ਲੁਕੋਇਆ ਗਿਆ ਹੈ। ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਇਤਿਹਾਸ ਅੰਦਰ ਉਹਨਾਂ ਨੂੰ ਕੌਮੀ ਨਾਇਕਾਂ ਦਾ ਮਾਣ ਯੋਗ ਰੁਤਬਾ ਦਿੱਤਾ ਗਿਆ ਹੈ। ਉੱਤਰੀ ਅਮਰੀਕਾ ਅੰਦਰ ਲਾਲਾ ਹਰਦਿਆਲ ਅਤੇ ਹੋਰਨਾਂ ਹਿੰਦੂ ਵਿਦਿਆਰਥੀਆਂ ਨੇ ਇਸ
ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਨੂੰ ਗਦਰ ਪਾਰਟੀ ਦੀਆਂ ਸਫ਼ਾਂ ਅੰਦਰ ਮਕਬੂਲ ਬਣਾਉਣ ਵਿੱਚ ਨੁਮਾਇਆਂ ਰੋਲ ਅਦਾ ਕੀਤਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਖੱਬੇ ਪੱਖੀ ਤਾਕਤਾਂ ਨੇ ਆਜ਼ਾਦੀ ਦੇ ਸੰਗਰਾਮ ਬਾਰੇ ਇਹ ਸਿੱਧੜ ਨਿਰਣਾ ਅਪਣਾ ਲਿਆ ਕਿ ਜਿੱਥੇ ਕਾਂਗਰਸ ਪਾਰਟੀ ਆਪਣੇ ਜਮਾਤੀ ਖਾਸੇ ਅਨੁਸਾਰ ਬਸਤੀਵਾਦੀ ਹਾਕਮਾਂ ਵੱਲ ਸਮਝੌਤੇ ਦਾ ਰੁਖ ਅਪਣਾ ਕੇ ਚੱਲੀ, ਉੱਥੇ ਜੁਝਾਰੂ ਰਾਸ਼ਟਰਵਾਦੀ ਧਾਰਾ ਦਾ ਨਿਸ਼ਾਨਾ ਬਸਤੀਵਾਦੀ ਰਾਜ ਦਾ ਮੁਕੰਮਲ ਰੂਪ ਵਿੱਚ ਖਾਤਮਾ ਕਰਨਾ ਸੀ। ਇਸ ਸਿੱਧੜ ਨਿਰਣੇ ਦੇ ਆਧਾਰ 'ਤੇ ਖੱਬੇ ਪੱਖੀਆਂ ਨੇ ਜੁਝਾਰੂ ਰਾਸ਼ਟਰਵਾਦੀ ਧਾਰਾ ਦੀ ਬਿਨਾਂ ਨਿਰਖ ਪਰਖ ਕੀਤੇ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਰਾਸ਼ਟਰਵਾਦੀ ਸ਼ਰਧਾ ਭਾਵ ਅਧੀਨ ਉਹਨਾਂ ਨੇ ਬੰਗਾਲ ਦੇ ਜੁਝਾਰੂ ਰਾਸ਼ਟਰਵਾਦੀਆਂ ਦਾ ਹਿੰਦੂਵਾਦੀ ਲੱਛਣ ਨਜ਼ਰ ਅੰਦਾਜ਼ ਕਰ ਦਿੱਤਾ, ਜਿਸ ਨਾਲ ਨਾ ਸਿਰਫ ਉਹਨਾਂ ਦੀ ਆਪਣੀ ਰਾਜਸੀ ਚੇਤਨਾ ਨੂੰ ਹਿੰਦੂਵਾਦ ਦਾ ਲੁਕਵਾਂ ਗ੍ਰਹਿਣ ਲੱਗ ਗਿਆ, ਸਗੋਂ ਇਸ ਨੁਕਸਾਨਦਾਰ ਨਜ਼ਰੀਏ ਦੀ ਬਦੌਲਤ ਉਹਨਾਂ ਨੇ ਗਦਰ ਪਾਰਟੀ ਦੇ ਖਰੇ ਅਤੇ ਨਿਵੇਕਲੇ ਇਨਕਲਾਬੀ ਤੱਤ ਨੂੰ ਸਮਝਣ ਵਿੱਚ ਖਤਾ ਖਾਧੀ। ਉਹ ਇਸ ਦਾ ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਨਾਲੋਂ ਨਿਖੇੜਾ ਨਾ ਕਰ ਸਕੇ। ਇਸ ਤਰੀਕੇ ਨਾਲ ਉਹਨਾਂ ਨੇ ਅਣਚਾਹੇ ਅਤੇ ਅਣਜਾਣੇ ਰੂਪ ਵਿੱਚ ਗਦਰ ਲਹਿਰ ਦੇ ਇਤਿਹਾਸ ਅਤੇ ਵਿਰਸੇ ਨੂੰ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿੱਚ ਭੁਗਤਾਉਣ ਦਾ ਨਾ ਕਾਬਲੇ ਮੁਆਫ ਅਪਰਾਧ ਕੀਤਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਗਾਲੀ ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਦੇ ਵਿਚਾਰਧਾਰਕ ਅਤੇ ਸੱਭਿਆਚਾਰਕ ਖਾਂਸੇ ਬਾਰੇ ਸੰਖੇਪ ਵਿੱਚ ਚਰਚਾ ਕਰਨੀ ਜ਼ਰੂਰੀ ਹੈ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 43 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।